हाँ जी, सत श्री अकाल जी सारिਆਂ ਨੂੰ। मैं ਤੁਹਾਡਾ अपना जसप्रीत सिंह अटानी एट लॉ ਤੇ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਵੀਕਲੀ ਅਪਡੇਟਸ ਲਈ ਆ ਤੇ ਕੁਝ ਮੈਂ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਵੀ ਦੇਣੇ ਆ। ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਦੋ ਜਿਹੜੀਆਂ ਖੁਸ਼ੀ ਦੀਆਂ ਖਬਰਾਂ ਇਸ ਵੀਕ ਦੀਆਂ ਉਹ ਸ਼ੇਅਰ ਕਰਨੀਆਂ ਨੇ। ਇੱਕ ਤਾਂ ਇਹ ਆ ਵੀ ਜਿਹੜਾ ਸਟਿਮੂਲਸ ਬਿੱਲ ਸੀ ਜਿਹਦੇ ਰਾਹੀਂ ਕਿ ਜਿਹੜੀਆਂ ਫੈਮਲੀਜ਼ ਨੂੰ ਚੈੱਕ ਆਉਣੇ ਆ ਤੇ ਬਾਕੀ ਜਿਹੜੀਆਂ ਹੋਰ ਇੰਡਸਟਰੀ ਇਫੈਕਟਡ ਹੋਈ ਆ ਆਪਣੀ ਕਰੋਨਾ ਵਾਇਰਸ ਦੁਆਰਾ ਉਹਨਾਂ ਨੂੰ ਜਿਹੜੀ ਮਦਦ ਮਿਲਣੀ ਆ ਉਹ ਜਿਹੜਾ ਸਟਿਮੂਲਸ ਬਿੱਲ ਹੈਗਾ ਉਹ ਪਾਸ ਹੋ ਗਿਆ ਤੇ ਉਹ ਪ੍ਰੈਜ਼ੀਡੈਂਟ ਨੇ ਸਾਈਨ ਕਰਤੇ ਕੱਲ। ਤੇ ਹੁਣ ਇਹ ਆ ਕਿ 1.9 ਟ੍ਰਿਲੀਅਨ ਡਾਲਰ ਦਾ ਉਹ ਬਿੱਲ ਆ ਤੇ ਉਹਦੇ ਕਰਕੇ ਜਿਹੜੇ ਸਾਰੇ ਚੈੱਕ ਹੈਗੇ ਉਹ $1400 ਦਾ ਚੈੱਕ ਆਏਗਾ। ਉਹਦੇ ਵਾਸਤੇ ਜਿਹੜੇ ਬੰਦੇ ਐਲੀਜੀਬਲ ਨੇ ਉਹ ਇਹ ਹੈਗੇ ਆ ਵੀ ਜਿਨ੍ਹਾਂ ਨੇ ਸਿੰਗਲ 75,000 ਦੀ ਇਨਕਮ ਸ਼ੋਅ ਕੀਤੀ ਹੈ ਜਾਂ ਉਸ ਤੋਂ ਘੱਟ ਤੇ ਜੇ ਜੁਆਇੰਟ ਉਹਨਾਂ ਨੇ 1.5 ਲੱਖ ਦੀ ਕੀਤੀ ਆ ਤੇ ਜਾਂ ਫਿਰ ਹਾਊਸ ਹੋਲਡ ਮੈਂਬਰ ਦੀ 1,12,000 ਦੀ ਕੀਤੀ ਆ, ਉਹ ਜਿਹੜੇ ਸਾਰੇ ਨੇ ਉਹ ਇਹਦੇ ਵਿੱਚ ਕਵਰ ਹੋਣਗੇ। ਜਿਨ੍ਹਾਂ ਦੀ ਇਨਕਮ ਥੋੜੀ ਜ਼ਿਆਦਾ ਹੈ ਜਿਵੇਂ 80,000 ਤੱਕ ਹੈ ਜਾਂ 1,60,000 ਆ ਉਹਨਾਂ ਨੂੰ ਵੀ ਪੇਮੈਂਟ ਮਿਲੇਗੀ ਕੁਝ, ਪਰ ਉਹ ਰਿਡਿਊਸਡ ਹੋਏਗੀ। ਉਸ ਤੋਂ ਉੱਪਰ ਵਾਲਿਆਂ ਨੂੰ ਇਹਦੇ 'ਚ ਕੋਈ ਰਿਲੀਫ ਜਾਂ ਪੇਮੈਂਟ ਨਹੀਂ ਆਏਗੀ। ਪਰ ਜਿਨ੍ਹਾਂ ਦੀ ਇਨਕਮ 75,000 ਤੱਕ ਸਿੰਗਲ ਤੇ ਜਿਹੜੀ ਹੈਗੀ ਆ ਮੈਰਿਡ ਦੀ 1.5 ਲੱਖ ਤੱਕ ਹੈ ਉਹਨਾਂ ਨੂੰ $1,400 ਜਿਹੜਾ ਪਰ ਪਰਸਨ ਆਏਗਾ। ਪਲੱਸ ਇਹਦੇ 'ਚ ਇੱਕ ਹੋਰ ਵੀ ਜਿਹੜੇ ਪਹਿਲਾਂ ਚੈੱਕ ਆਏ ਉਹਨਾਂ ਨਾਲੋਂ ਇੰਪਰੂਵਮੈਂਟ ਆ ਉਹ ਇਹ ਹੈਗੀ ਆ ਕਿ ਜਿਹੜੇ ਡਿਪੈਂਡੈਂਟ ਨੇ ਉਹਨਾਂ ਦੇ ਸ਼ੋਅ ਕਰਦੇ ਉਹਨਾਂ ਨੂੰ ਵੀ ਚੈੱਕ ਆਉਣਗੇ ਤੇ ਇਹਦੇ ਵਾਸਤੇ ਲਾਜ਼ਮੀ ਆ ਕਿ 19 ਦੇ ਟੈਕਸ ਰਿਟਰਨ ਭਰੀ ਹੋਵੇ, 20 ਦੀ ਹੋਵੇ ਜਾਂ 19 ਦੀ ਹੋਵੇ ਜਾਂ 18 ਦੀ ਹੋਵੇ। ਤੇ ਜਿਨ੍ਹਾਂ ਨੇ 19 ਦੀ ਜਿਹੜੀ ਰਿਟਰਨ ਨਹੀਂ ਭਰੀ ਉਹਨਾਂ ਨੂੰ ਫਿਰ ਉਹਨਾਂ ਨਾਲ ਕੰਟੈਕਟ ਕਰਨਾ ਪੈਣਾ। ਸੋ ਇਹ ਬਹੁਤ ਵਧੀਆ। ਇਹਦੇ ਨਾਲ ਨਾਲ ਜਿਹੜੀ ਵੈਕਸੀਨੇਸ਼ਨ ਹੈ ਕਰੋਨਾ ਵਾਇਰਸ ਦੀ ਉਹਦੇ ਵਾਸਤੇ ਵੀ ਕਾਫੀ ਪੈਸਾ ਰੱਖਿਆ ਤੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਵੀ ਕਿਹਾ ਕਿ ਜਿਹੜੀ ਅਸੀਂ 1 ਮਈ ਤੋਂ ਜਿੰਨੇ ਵੀ ਅਡਲਟ ਨੇ ਅਮਰੀਕਾ 'ਚ ਉਹਨਾਂ ਲਈ ਵੈਕਸੀਨੇਸ਼ਨ ਦੇ ਸੈਂਟਰ ਖੋਲ੍ਹ ਦਿਆਂਗੇ ਕਿ ਜਿਹਨੇ ਨਹੀਂ ਕਰਾਇਆ ਉਹ ਕਰਾ ਲੈਣ। ਤੇ ਉਹਨਾਂ ਨੇ ਕਿਹਾ 4 ਜੁਲਾਈ ਤੱਕ ਅਸੀਂ ਟਰਾਈ ਕਰਾਂਗੇ ਕਿ ਅਮਰੀਕਾ ਦੇ ਵਿੱਚ ਜਿਹੜੇ ਵੱਧ ਤੋਂ ਵੱਧ ਲੋਕਾਂ ਨੂੰ ਜਿਹੜੀ ਵੈਕਸੀਨੇਸ਼ਨ ਆ ਉਹ ਲੱਗੇ, ਜਿਹਦੇ ਕਰਕੇ ਕਿ ਜਿਹੜੇ ਲੋਕ ਨੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ। ਤੇ 4 ਜੁਲਾਈ ਤੱਕ ਜੇ ਇਹ ਟੀਚਾ ਪੂਰਾ ਹੋ ਜਾਂਦਾ ਤਾਂ ਜਿਹੜਾ ਅਮਰੀਕਾ ਦਾ ਇੰਡੀਪੈਂਡੈਂਸ ਡੇ ਆ ਉਹਨੂੰ ਇੱਕ ਵਧੀਆ ਤਰੀਕੇ ਨਾਲ ਮਨਾਇਆ ਜਾਏਗਾ। ਸੋ ਇਹ ਵੀ ਇੱਕ ਬਹੁਤ ਜਿਹੜੀ ਹੈਗੀ ਆ ਉਹ ਇੰਪੋਰਟੈਂਟ ਖਬਰ ਹੈਗੀ ਸਾਡੇ ਲਈ ਤੇ ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਸੀ। ਤੇ ਇਹਦੇ ਨਾਲ ਜਿਹੜੇ ਚੈੱਕ ਹੈਗੇ ਉਹ ਮੇਰਾ ਖਿਆਲ ਅਗਲੇ ਵੀਕ ਤੱਕ ਆਉਣੇ ਸ਼ੁਰੂ ਹੋ ਜਾਣਗੇ IRS ਦੁਆਰਾ ਤੇ ਉਹ ਵੀ ਕਾਫੀ ਜਿਹੜੀ ਹੈਗੀ ਆ ਬਹੁਤ ਵਧੀਆ ਹੈਲਪ ਹੋਏਗੀ ਕਿਉਂਕਿ ਕਈ ਫੈਮਿਲੀ ਜਿਹੜੀਆਂ ਸਟਰਗਲ ਕਰਨੀਆਂ ਉਹਨਾਂ ਨੂੰ ਜੇ $1,400 ਪਰ ਪਰਸਨ ਚੈੱਕ ਆਏਗਾ ਜਿਹੜੇ ਬੰਦੇ ਨੇ ਟੈਕਸ ਭਰਿਆ ਤਾਂ ਕਾਫੀ ਹੈਲਪ ਹੋਏਗੀ। ਨਾਲ ਦੀ ਨਾਲ ਜਿਵੇਂ 에ਅਰਲਾਈਨ ਇੰਡਸਟਰੀ ਆ ਉਹਨਾਂ ਵਾਸਤੇ ਵੀ ਕਾਫੀ ਪੈਸਾ ਰੱਖਿਆ ਗਿਆ, ਜਿਹੜੀਆਂ ਸਿਟੀਆਂ ਤੇ ਜਿਹੜੀਆਂ ਸਟੇਟਸ ਨੇ ਸਟਰਗਲ ਕੀਤਾ ਉਹਨਾਂ ਵਾਸਤੇ ਵੀ ਬਹੁਤ ਪੈਸਾ ਰੱਖਿਆ ਗਿਆ। ਸੋ ਇਹ ਬਹੁਤ ਵਧੀਆ ਖਬਰ ਆ ਤੇ ਇਹ ਹੁਣ ਕਿਉਂਕਿ ਕੱਲ੍ਹ ਸਾਈਨ ਕੀਤੇ ਆ ਪ੍ਰੈਜ਼ੀਡੈਂਟ ਬਾਈਡਨ ਨੇ ਤਾਂ ਉਹ ਸਾਰਾ ਕੰਮ ਜਿਹੜਾ ਉਹ ਸ਼ੁਰੂ ਹੋ ਜਾਏਗਾ। ਇਹਦੇ ਨਾਲ ਨਾਲ ਜਿਹੜੀ ਹੋਰ ਇੱਕ ਇੰਪੋਰਟੈਂਟ ਖਬਰ ਹੈਗੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ। ਉਹ ਇਹ ਹੈਗੀ ਆ ਜੀ ਕਿ ਜਿਹੜਾ ਪਬਲਿਕ ਚਾਰਜ ਦਾ ਰੂਲ ਸੀ ਇਹ ਬੜਾ ਇੱਕ ਇੰਪੋਰਟੈਂਟ ਆਸਪੈਕਟ ਹੁੰਦਾ ਜਿਹੜੀ ਫੈਮਿਲੀ ਇਮੀਗ੍ਰੇਸ਼ਨ ਆ ਜਾਂ ਜਿਹੜੇ ਵਿਆਹ ਦੇ ਕੇਸ ਕਰਦੇ ਉਹਨਾਂ ਲਈ। ਤੇ ਉਹ ਜਿਹੜਾ ਰੂਲ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਾਫੀ ਐਕਸਪੈਂਡ ਕਰਤਾ ਸੀ, ਉਹਦੇ ਵਿੱਚ ਮਤਲਬ ਕਾਫੀ ਜ਼ਿਆਦਾ ਹੋਰ ਰਿਸਟ੍ਰਿਕਸ਼ਨਸ ਐਡ ਕਰਤੀਆਂ ਸੀਗੀਆਂ। ਉਹ ਰੂਲ ਜਿਹੜਾ ਉਹ ਸਟਕ ਡਾਊਨ ਹੋ ਗਿਆ, ਉਹ ਖਤਮ ਹੋ ਗਿਆ। ਉਹਦਾ ਕਾਰਨ ਇਹ ਆ ਕਿ ਜਿਹੜੀ 7 ਸਰਕਟ ਕੋਰਟ ਆਫ ਅਪੀਲ ਆ ਉੱਥੇ ਕੇਸ ਲੱਗਿਆ ਸੀਗਾ ਤੇ ਇੱਕ US ਸੁਪਰੀਮ ਕੋਰਟ 'ਚ ਕੇਸ ਸੀ ਤੇ ਉੱਥੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਲਿਖ ਕੇ ਦਿੱਤਾ ਕਿ ਅਸੀਂ ਜਿਹੜਾ ਟਰੰਪ ਵਾਲਾ ਪਬਲਿਕ ਚਾਰਜ ਰੂਲ ਹੈ ਇਹਦੇ ਹੱਕ 'ਚ ਨਹੀਂ ਹੈਗੇ ਤੇ ਉਹ ਕੇਸ ਜਿਹੜਾ ਹੈਗਾ ਉਹ ਡਿਸਮਿਸ ਹੋ ਗਿਆ। ਤੇ ਇਹਦੇ ਨਾਲ ਹੁਣ ਜਿਹੜਾ ਉਹਨਾਂ ਨੇ ਇਸ ਰੂਲ ਦੇ ਮੁਤਾਬਕ ਹੋਰ ਜ਼ਿਆਦਾ ਰਿਸਟ੍ਰਿਕਸ਼ਨਸ ਐਡ ਕੀਤੀਆਂ ਸੀ। ਇੱਕ ਫਾਰਮ ਨਵਾਂ ਐਡ ਕੀਤਾ ਸੀ I-944, ਆਹ ਫਾਰਮ ਇਮੀਗ੍ਰੇਸ਼ਨ ਦਾ I-944 ਆ ਜਿਹੜਾ ਉਹਨਾਂ ਨੇ ਕਿ ਇਹਦੇ 'ਚ ਇੱਕ ਨਵਾਂ ਫਾਰਮ ਬਣਾਇਆ ਸੀ। ਇਹਦੇ 'ਚ ਕਾਫੀ ਰਿਸਟ੍ਰਿਕਸ਼ਨ ਸੀਗੀਆਂ। ਇਹ ਫਾਰਮ ਹੁਣ ਭਰਨ ਦੀ ਲੋੜ ਨਹੀਂ। ਹੁਣ ਜਿਹੜਾ ਇਹ ਫਾਰਮ ਸੀਗਾ I-944 ਇਹ ਉਹ ਬੰਦੇ ਭਰਦੇ ਸੀ ਜਿਹੜੇ ਹਸਬੈਂਡ ਵਾਈਫ ਲਈ ਆਪਾਂ ਵਿਆਹ ਦਾ ਕੇਸ ਇੱਥੇ ਕੋਈ ਅਪਲਾਈ ਕਰਦਾ US ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਉਹਨੂੰ ਭਰਨਾ ਪੈਂਦਾ ਸੀ ਤੇ ਜਾਂ ਜਿਹੜੇ ਬੰਦਿਆਂ ਨੇ ਜਿਹੜੀਆਂ ਹੈਗੀਆਂ ਪਟੀਸ਼ਨਸ ਕੀਤੀਆਂ ਨੇ ਇੱਥੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਭਰਨਾ ਪੈਂਦਾ ਸੀ। ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਦੇਣੀ ਪੈਂਦੀ ਸੀ, ਜਿਵੇਂ ਆਪਣੇ ਕ੍ਰੈਡਿਟ ਕਾਰਡ ਦੀਆਂ ਰਿਪੋਰਟਾਂ ਤੇ ਤੁਸੀਂ ਕਿਹੜੇ ਜਿਹੜੇ ਹੈਗੇ ਮੈਡੀਕਲ ਬੈਨੀਫਿਟ ਲਏ ਆ ਤੇ ਜੇ ਪਿੱਛੇ ਲਏ ਆ ਦੱਸੋ ਕਿੱਥੋਂ ਲਿਆ, ਕੀ ਕੀਤਾ। ਉਹਦਾ ਮਤਲਬ ਇਹ ਸੀਗਾ ਵੀ ਬੰਦੇ ਨੂੰ ਡਿਸਕੁਆਲੀਫਾਈ ਕੀਤਾ ਜਾ ਸਕੇ। ਲੇਕਿਨ ਜਿਹੜੇ ਬੰਦਿਆਂ ਨੇ ਗ੍ਰੀਨ ਕਾਰਡ ਜਾਂ 485 ਅਪਲਾਈ ਕੀਤਾ ਸੀਗਾ ਵਾਵਾ ਦੇ ਜ਼ਰੀਏ ਜਿਹੜਾ ਕਿ ਵਾਇਲੈਂਸ ਅਗੇਂਸਟ ਵੂਮਨ ਐਕਟ ਆ ਜਾਂ ਅਸਾਈਲੀ ਜਿਵੇਂ ਸੈਲਮ ਦਾ ਕੇਸ ਪਾਸ ਹੋ ਗਿਆ ਉਸ ਤੋਂ ਬਾਅਦ ਆਪਾਂ ਸਾਲ ਬਾਅਦ ਗ੍ਰੀਨ ਕਾਰਡ ਕਰਦੇ ਹਾਂ ਜਾਂ ਰਿਫਿਊਜੀ ਦਾ ਕਰਦੇ ਹਾਂ ਜਾਂ ਸਪੈਸ਼ਲ ਇਮੀਗ੍ਰੈਂਟ ਜੁਵੇਨਾਈਲ ਉਹਨਾਂ 'ਤੇ ਲਾਗੂ ਨਹੀਂ ਸੀ ਹੁੰਦਾ, ਪਰ ਜਿਹੜੇ ਵਿਆਹ ਦੇ ਕੇਸ ਆ ਉਹਨਾਂ 'ਤੇ ਜ਼ਰੂਰ ਹੁੰਦਾ ਸੀ।
ਸੋ ਇਹ ਫਾਰਮ ਜਿਹੜਾ ਹੁਣ ਭਰਨ ਦੀ ਲੋੜ ਨਹੀਂ ਆ। ਤੇ ਇਹਦੇ ਨਾਲ ਮੈਂ ਥੋੜੀ ਤੁਹਾਨੂੰ ਹਿਸਟਰੀ ਦੱਸਦਾ ਕਿ ਪਬਲਿਕ ਚਾਰਜ ਹੈ ਕੀ। ਬੇਸਿਕਲੀ ਇਹ ਇੱਕ ਕਾਫੀ ਪੁਰਾਣੀ 100 ਸਾਲ ਤੋਂ ਪੁਰਾਣੀ ਰਿਕੁਆਇਰਮੈਂਟ ਆ ਵੀ ਜਿਹੜੇ ਇਮੀਗ੍ਰੈਂਟਸ ਅਮਰੀਕਾ 'ਚ ਆਉਂਦੇ ਨੇ ਉਹ ਗੌਰਮੈਂਟ ਤੇ ਡਿਪੈਂਡੈਂਟ ਨਾ ਹੋਣ, ਉਹ ਟੈਕਸ ਪੇਅਰ ਤੇ ਬੋਝ ਨਾ ਬਣਨ, ਤੇ ਜਿਹੜੀ ਗੌਰਮੈਂਟ ਤੋਂ ਲੌਂਗ ਟਰਮ ਲਈ ਜਿਹੜੀ ਹੁੰਦੀ ਆ ਮੈਡੀਕਲ ਆਪਣਾ ਫ੍ਰੀ ਦਾ ਮੈਡੀਕਲ ਉਹ ਨਾ ਲੈਣ, ਤੇ ਗੌਰਮੈਂਟ ਦੇ ਜਿਹੜੇ ਫਾਈਨੈਂਸ਼ੀਅਲ ਅਸਿਸਟੈਂਟ ਜਾਂ ਅਸਿਸਟੈਂਸ ਦੇ ਪ੍ਰੋਗਰਾਮ ਨੇ ਜਾਂ ਫੂਡ ਦੇ ਪ੍ਰੋਗਰਾਮ ਨੇ ਜਾਂ ਜਿਹੜੇ ਹੁਣ ਬੰਦਿਆਂ ਨੂੰ ਕਿਸੇ ਨੂੰ ਪੈਸੇ ਲੱਗ ਜਾਂਦੇ ਵੀ ਸਾਡੇ ਕੋਲ ਖਰਚਾ ਹੈ ਨਹੀਂ, ਉਹ ਨਾ ਦੇਣੇ ਪੈਣ। ਤੇ ਉਹਦੇ ਵਾਸਤੇ ਉਹ ਫਿਰ ਜਿਹੜੀਆਂ ਰਿਕੁਆਇਰਮੈਂਟਸ ਹਮੇਸ਼ਾ ਰਹੀਆਂ ਨੇ। ਤੇ ਇੱਕ ਜਦੋਂ ਬਿਲ ਕਲਿੰਟਨ ਪ੍ਰੈਜ਼ੀਡੈਂਟ ਸੀਗੇ ਉਸ ਟਾਈਮ ਦੇ ਉੱਤੇ ਇਹਨਾਂ ਨੇ ਇਹਦੇ ਵਾਸਤੇ ਕੁਝ ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ ਉਹ ਜਾਰੀ ਕੀਤੀਆਂ ਸੀ, ਜਿਹੜੀਆਂ ਕਿ ਹੁਣ ਦੁਬਾਰਾ ਉਹੀ ਲਾਗੂ ਹੋਣਗੀਆਂ ਕਿਉਂਕਿ ਟਰੰਪ ਵਾਲੀਆਂ ਤਾਂ ਸਟਕ ਡਾਊਨ ਹੋ ਗਈਆਂ ਨੇ। ਇਹ ਜਿਹੜੀਆਂ ਟਰੰਪ ਨੇ ਲਾਈਆਂ ਸੀ ਉਹਦੇ ਖਿਲਾਫ ਕਈ ਕੇਸ ਹੋਏ, ਤੇ ਇੱਕ ਕੇਸ ਜਿਹੜਾ ਹੈਗਾ ਉਹ ਇਲੀਨੋਏ ਦੀ ਜਿਹੜੀ ਸ਼ਿਕਾਗੋ ਡਿਸਟ੍ਰਿਕਟ ਕੋਰਟ 'ਚ ਹੋਇਆ, ਜਿਹਨੂੰ ਕਿ ਕੋਰਟ ਨੇ ਸਟੇ ਕਰਤਾ। ਤੇ ਉਹਨਾਂ ਨੇ ਕਿਹਾ ਵੀ ਇਹ ਸਾਰੇ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਗਲਤ ਨੇ, ਇਹ ਅਨਡਿਊ ਬਰਡਨ ਹੈਗੇ ਆ। ਤੇ ਉਸ ਤੋਂ ਬਾਅਦ ਇਹਦੀ ਅਪੀਲ ਗਈ 7 ਸਰਕਟ ਦੇ ਵਿੱਚ, ਤੇ 7 ਸਰਕਟ ਜਿਹੜਾ ਉਹਨਾਂ ਨੇ ਉਹ ਜਿਹੜੀ ਸਟੇ ਸੀਗੀ ਉਹ ਰਿਮੂਵ ਕਰਤੀ ਤੇ ਕਿਹਾ ਕੇਸ ਅਸੀਂ ਸੁਣਾਂਗੇ। ਇੱਦਾਂ ਹੀ ਕੇਸ ਜਿਹੜੇ ਸੀਗੇ ਹੋਰ ਉਹ US ਸੁਪਰੀਮ ਕੋਰਟ ਤੱਕ ਵੀ ਗਏ। ਤੇ ਹੁਣ ਕਿਉਂਕਿ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹ ਡਿਫੈਂਡ ਕਰ ਰਹੀ ਸੀ ਇਹਨੂੰ ਵੀ ਇਹ ਰੂਲ ਠੀਕ ਆ, ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਲਿਖ ਕੇ ਦੇਤਾ ਵੀ ਇਹ ਗਲਤ ਸੀ, ਸੋ ਇਸ ਕਰਕੇ ਉਹ ਸਾਰੇ ਕੇਸ ਡਿਸਮਿਸ ਹੋ ਗਏ। ਹੁਣ ਜਿਹੜੀ ਇਲੀਨੋਏ ਦੀ ਸ਼ਿਕਾਗੋ ਦੀ ਕੋਰਟ ਨੇ ਤੇ ਸਟੇ ਲਾਈ ਸੀ ਟਰੰਪ ਵਾਲੀਆਂ ਸਾਰੀਆਂ ਪ੍ਰੋਵੀਜ਼ਨ ਤੇ ਉਹ ਇਫੈਕਟਿਵ ਹੈ। ਤੇ ਉਹਦੇ ਨਾਲ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਵੀ ਇੱਕ ਗਾਈਡੈਂਸ ਜਾਰੀ ਕੀਤੀ ਆ, ਤੇ ਉਹਨਾਂ ਨੇ ਉਹਦੇ ਵਿੱਚ ਇਹ ਕਹਿਤਾ ਕਿ ਕਿਉਂਕਿ ਇਹ ਹੁਣ ਕੇਸ ਜਿਹੜੇ ਹੈਗੇ ਆ ਉਹ ਡਿਸਮਿਸ ਹੋ ਗਏ ਆ, ਤੇ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਇਹਦੇ ਨਾਲ ਸਹਿਮਤ ਨਹੀਂ। ਜਿਹੜੀਆਂ ਟਰੰਪ ਨੇ ਇਹਦੇ ਉੱਤੇ ਹੋਰ ਜਿਹੜੀਆਂ ਗੱਲਾਂ ਐਡ ਕੀਤੀਆਂ, ਰਿਸਟ੍ਰਿਕਸ਼ਨਸ ਲਾਈਆਂ ਸੀ, ਤੇ ਉਹਦੇ ਕਰਕੇ ਉਹ ਕਹਿੰਦੇ ਆ ਵੀ ਅਸੀਂ ਜਿਹੜਾ ਪੁਰਾਣਾ ਬਿਲ ਕਲਿੰਟਨ ਵੇਲੇ ਦਾ ਜਿਹੜਾ ਸਟੈਂਡਰਡ ਆ ਉਹਨੂੰ ਅਸੀਂ ਉਹਦੇ ਮੁਤਾਬਕ ਚੱਲਾਂਗੇ। ਸੋ ਇਹਦੇ 'ਚ ਬੇਸਿਕਲੀ ਜਿਹੜਾ ਸਟੈਂਡਰਡ ਇਹ ਹੈਗਾ ਕਿ ਕੋਈ ਵੀ ਜਿਹੜਾ ਏਲੀਅਨ ਆ ਉਹ ਜੇ ਪਬਲਿਕ ਚਾਰਜ ਇੱਥੇ ਬਣਦਾ ਤਾਂ ਉਹ ਫਿਰ ਗ੍ਰੀਨ ਕਾਰਡ ਲੈਣ ਲਈ ਐਲੀਜੀਬਲ ਨਹੀਂ ਹੋਊਗਾ, ਜਾਂ ਉਹਨੇ ਅਮਰੀਕਾ ਆਉਣਾ ਪਟੀਸ਼ਨ 'ਤੇ ਆਉਣ ਵਾਸਤੇ ਵੀ ਇਨਐਡਮਿਸਿਬਲ ਹੋਊਗਾ। ਤੇ ਉਹਦਾ ਮਤਲਬ ਇਹ ਆ ਕਿ ਜਿਹੜਾ ਪਬਲਿਕ ਚਾਰਜ ਆ ਉਹਦੇ ਵਿੱਚ ਜਿਹੜਾ ਏਲੀਅਨ ਆ ਉਹਨੇ ਜੇ 1 or more ਪਬਲਿਕ ਬੈਨੀਫਿਟਸ ਲਏ ਨੇ ਫॉर more than 12 months within a 36 month ਪੀਰੀਅਡ, ਪਿਛਲੇ 36 ਮਹੀਨਿਆਂ ਦੇ ਵਿੱਚ ਜੇ ਉਹਨੇ 12 ਮਹੀਨੇ ਤੋਂ ਵੱਧ ਕੋਈ ਸਰਕਾਰੀ ਅਸਿਸਟੈਂਸ ਲਈ ਆ ਤਾਂ ਉਹਨੂੰ ਜਿਹੜਾ ਹੈਗਾ ਉਹ ਗ੍ਰੀਨ ਕਾਰਡ ਨਹੀਂ ਮਿਲ ਸਕਦਾ। ਇਹਦੇ ਵਾਸਤੇ ਬੇਸਿਕਲੀ ਕੀ ਆ ਕਿ ਇਹ ਰੂਲ ਜਿਹੜਾ ਹੈਗਾ ਇਹ 2 ਕਿਸਮ ਦੇ ਬੰਦਿਆਂ 'ਤੇ ਅਪਲਾਈ ਹੁੰਦਾ। ਇੱਕ ਤਾਂ ਉਹ ਜਿਹੜੇ ਕਿ ਐਡਜਸਟਮੈਂਟ ਆਫ ਸਟੇਟਸ ਜਿਹੜਾ ਹੁੰਦਾ ਗ੍ਰੀਨ ਕਾਰਡ ਹੋਲਡਰ ਦਾ ਜਿਹੜਾ ਸਟੇਟਸ ਆ ਉਹਦੇ ਲਈ ਅਪਲਾਈ ਕਰਦੇ ਨੇ ਅਮਰੀਕਾ ਦੇ ਵਿੱਚ, ਵੀ ਜਿਵੇਂ ਇੱਥੋਂ ਕਿਸੇ ਬੰਦੇ ਨੇ ਸਿਟੀਜ਼ਨ ਨਾਲ ਵਿਆਹ ਕਰਾ ਲਿਆ ਤੇ ਉਹਨੇ ਗ੍ਰੀਨ ਕਾਰਡ ਲਈ ਅਪਲਾਈ ਕੀਤਾ, ਤੇ ਉਹ ਉਹਨਾਂ ਦੇ ਦੂਸਰੇ ਜਾਂ ਇੱਥੇ ਮਾਂ-ਬਾਪ ਜਿਹੜੇ ਨੇ ਫਰਜ਼ ਕਰੋ ਹੁਣ US ਸਿਟੀਜ਼ਨ ਆਪਣੇ ਮਾਂ-ਬਾਪ ਲਈ ਕਰਦਾ, ਜਾਂ ਹੋਰ ਦੂਜੇ ਉਹ ਜਿਹੜੇ ਬਾਹਰੋਂ ਆਉਂਦੇ ਨੇ, ਜਿਵੇਂ ਹੁਣ ਫਰਜ਼ ਕਰੋ ਕਿਸੇ ਨੇ ਭੈਣ ਭਰਾ ਦਾ ਅਪਲਾਈ ਕੀਤਾ, ਉਹਦੇ ਭੈਣ ਭਰਾ ਨੇ ਆਉਣਾ, ਬੱਚਿਆਂ ਨੇ ਆਉਣਾ, ਇੰਡੀਆ ਤੋਂ ਆਉਣਾ, ਹੋਰਾਂ ਮੁਲਕਾਂ ਤੋਂ ਆਉਣਾ, ਉਹਨਾਂ 'ਤੇ ਵੀ ਲਾਗੂ ਹੁੰਦਾ। ਪਰ ਜਿਹੜੇ ਰਿਫਿਊਜੀ ਨੇ, ਅਸਾਈਲੀ ਨੇ, ਜਿਹਨਾਂ ਦਾ ਅਸਾਈਲਮ ਦਾ ਕੇਸ ਪਾਸ ਹੋਇਆ, ਜਾਂ ਜਿਹੜੇ T ਤੇ U ਵੀਜ਼ੇ ਵਾਲੇ ਆ, ਜਾਂ ਜਿਹੜੇ ਵਾਹਵਾ ਵਾਲੇ ਆ, ਉਹਨਾਂ 'ਤੇ ਲਾਗੂ ਨਹੀਂ ਹੁੰਦਾ। ਤੇ ਇਹਦਾ ਮਤਲਬ ਬੇਸਿਕਲੀ ਰੂਲ ਦਾ ਇਹ ਹੈ ਜੀ ਕਿ ਜਿਹੜੇ ਵੀ ਬੰਦੇ ਇਸ ਰੂਲ ਦੇ ਵਿੱਚ ਆਉਂਦੇ ਨੇ ਕਿ ਪਬਲਿਕ ਚਾਰਜ ਬਣ ਸਕਦੇ ਨੇ, ਉਹਨਾਂ ਨੂੰ ਫਿਰ ਜਿਹੜਾ ਹੈਗਾ ਐਡਜਸਟਮੈਂਟ ਆਫ ਸਟੇਟਸ ਨਹੀਂ ਹੁੰਦਾ, ਗ੍ਰੀਨ ਕਾਰਡ ਨਹੀਂ ਮਿਲਦਾ। ਸੋ ਬੇਸਿਕਲੀ ਇਹਦੇ 'ਚ ਜਿਹੜਾ ਸੈਕਸ਼ਨ ਹੈਗਾ ਲਾਅ ਦਾ ਉਹ ਹੈਗਾ 212A4 ਆਫ INA 8 USC 1182A4। ਇਹਦੇ ਮੁਤਾਬਕ ਇਹ ਆ ਕਿ ਕੌਣ ਪਬਲਿਕ ਚਾਰਜ ਬਣੇਗਾ, ਇਹਦੇ ਵਾਸਤੇ ਸਰਟਨ ਫੈਕਟਰ ਨੇ ਜਿਹੜੇ ਕਿ ਇਮੀਗ੍ਰੇਸ਼ਨ ਦੇ ਅਫਸਰ ਉਹਨਾਂ ਨੂੰ ਯੂਜ਼ ਕਰਦੇ ਨੇ। ਉਹਨਾਂ ਵਿੱਚ ਹੈਗਾ ਬੰਦੇ ਦੀ ਏਜ, ਹੈਲਥ, ਫੈਮਿਲੀ ਸਟੇਟਸ, ਉਹਦੇ ਐਸੈਟ, ਰਿਸੋਰਸਿਸ, ਐਜੂਕੇਸ਼ਨ ਸਕਿੱਲ, ਤੇ ਪ੍ਰੋਸਪੈਕਟਿਵ ਇਮੀਗ੍ਰੇਸ਼ਨ ਸਟੇਟਸ, ਐਕਸਪੈਕਟਿਡ ਪੀਰੀਅਡ ਆਫ ਐਡਮਿਸ਼ਨ, ਤੇ ਜਿਹੜਾ ਸਫੀਸ਼ੀਐਂਟ ਐਫੀਡੇਵਿਟ ਆਫ ਸਪੋਰਟ। ਹੁਣ ਐਫੀਡੇਵਿਟ ਆਫ ਸਪੋਰਟ ਬਾਰੇ ਤੁਹਾਨੂੰ ਸਾਰਿਆਂ ਨੂੰ ਤਕਰੀਬਨ ਪਤਾ ਹੀ ਹੈ ਜਿਹੜੇ ਬੰਦਿਆਂ ਨੇ ਅਮਰੀਕਨ ਇਮੀਗ੍ਰੇਸ਼ਨ ਨਾਲ ਡੀਲ ਕੀਤਾ, ਕਿ ਜਿਹੜਾ ਰਿਲੇਟਿਵ ਇੱਥੋਂ ਕਿਸੇ ਨੂੰ ਅਪਲਾਈ ਕਰਦਾ, ਚਾਹੇ ਉਹ ਵਿਆਹ ਦੇ ਕੇਸ ਲਈ ਵਾਈਫ ਹਸਬੈਂਡ ਲਈ ਕਰਦੀ ਹੈ ਜਾਂ ਹਸਬੈਂਡ ਵਾਈਫ ਲਈ, ਜਾਂ ਆਪਾਂ ਭੈਣਾਂ ਭਰਾਵਾਂ ਲਈ ਕਰਦੇ ਹਾਂ, ਜਿਹੜਾ ਪਟੀਸ਼ਨਰ ਆ ਸਿਟੀਜ਼ਨ ਆ ਉਹਨੂੰ ਐਫੀਡੇਵਿਟ ਆਫ ਸਪੋਰਟ ਦੇਣਾ ਪੈਂਦਾ। ਜੇ ਉਹਦੀ ਇਨਕਮ ਘੱਟ ਹੋਵੇ ਤਾਂ ਉਹਨੂੰ ਕਿਸੇ ਦਾ ਨਾਲ ਹੋਰ ਦੇਣਾ ਪੈਂਦਾ, ਜਿਹਨੂੰ ਜੁਆਇੰਟ ਸਪਾਂਸਰ ਕਹਿੰਦੇ ਆ। ਇਹਦਾ ਇਹ ਟੈਸਟ ਆ ਵੀ ਜਿਹੜੀ ਪੋਵਰਟੀ ਲਾਈਨ ਆ ਉਹਦੇ ਤੋਂ 125% ਤੋਂ ਉੱਪਰ ਜਿਹੜੀ ਇਨਕਮ ਹੋਣੀ ਚਾਹੀਦੀ ਆ ਜਿਹੜੇ ਬੰਦੇ ਨੇ ਕਿਸੇ ਨੂੰ ਬੁਲਾਉਣਾ ਉਹਦੀ। ਤੇ ਉਹ ਜੇ ਇਨਕਮ ਘੱਟ ਹੈਗੀ ਆ ਫਰਜ਼ ਕਰੋ ਤਾਂ ਫਿਰ ਵੀ ਉਹ ਡਿਨਾਈ ਹੋ ਜਾਂਦਾ, ਕਿਉਂਕਿ ਪਬਲਿਕ ਚਾਰਜ ਦਾ ਰੂਲ ਉੱਥੇ ਅਪਲਾਈ ਹੁੰਦਾ। ਇਸੇ ਤਰ੍ਹਾਂ ਹੀ ਜੇ ਕਿਸੇ ਬੰਦੇ ਨੇ ਆਉਣਾ, ਉਹ ਬੰਦੇ ਨੂੰ ਕੋਈ ਸੀਰੀਅਸ ਬਿਮਾਰੀ ਆ, ਜਾਂ ਉਹ ਬੰਦਾ ਬਹੁਤ ਓਲਡ ਆ, ਜਾਂ ਅਨਪੜ੍ਹ ਹੈ, ਜਾਂ ਗਵਰਨਮੈਂਟ ਨੂੰ ਇਹ ਲੱਗਦਾ ਵੀ ਇਹ ਆਪ ਹੀ
ਇੰਨੇ ਜੋਗਾ ਨਹੀਂ ਕਿ ਅਮਰੀਕਾ ਜਾ ਕੇ ਕੰਮ ਕਰ ਸਕੇ, ਤੇ ਜਿਹੜਾ ਉਹਦਾ ਰਿਲੇਟਿਵ ਆ ਉਹਦੀ ਇੰਨੀ ਇਨਕਮ ਹੈ ਨਹੀਂ ਵੀ ਇਹਨੂੰ ਸੰਭਾਲ ਸਕੇ, ਤਾਂ ਫਿਰ ਉਹਨੂੰ ਉਹ ਡਿਨਾਈ ਕਰ ਦਿੰਦੇ ਆ ਜਿਹੜਾ ਇਮੀਗ੍ਰੈਂਟ ਵੀਜ਼ਾ ਦੇਣਾ, ਵੀ ਤੂੰ ਤਾਂ ਸਰਕਾਰ ਤੇ ਬੋਝ ਬਣੇਗਾ। ਲੇਕਿਨ ਇਹ ਤਾਂ ਰਿਕੁਆਇਰਮੈਂਟ ਆਮ ਜਨਰਲ ਬੜੀ ਦੇਰ ਤੋਂ, ਜਦੋਂ ਤੋਂ ਬਿਲ ਕਲਿੰਟਨ ਪ੍ਰੈਜ਼ੀਡੈਂਟ ਸੀਗੇ, ਅੱਜ ਤੋਂ 20 ਸਾਲ ਪਹਿਲਾਂ, ਉਸ ਟਾਈਮ ਤੋਂ ਲੱਗੀਆਂ ਨੇ। ਪਰ ਜਿਹੜੀਆਂ ਹੁਣ ਟਰੰਪ ਨੇ ਲਾਈਆਂ ਸੀ ਇਹ ਬਹੁਤ ਜ਼ਿਆਦਾ ਹਾਰਸ਼ ਸੀ। ਉਹਨੇ ਆ ਫਾਰਮ I-944 ਇਹ ਇੱਕ ਨਵਾਂ ਫਾਰਮ ਇੰਪਲੀਮੈਂਟ ਕੀਤਾ ਸੀ, ਤੇ ਇਸ ਫਾਰਮ ਦੇ ਵਿੱਚ ਕਾਫੀ ਜ਼ਿਆਦਾ ਐਕਸਟੈਂਸਿਵ ਜਿਹੜੀ ਇਨਫੋਰਮੇਸ਼ਨ ਸੀਗੀ, ਇੱਥੋਂ ਤੱਕ ਕਿ ਜਿਹੜੀ ਕ੍ਰੈਡਿਟ ਕਾਰਡ ਦੀ ਹਿਸਟਰੀ ਆ, ਜਾਂ ਉਹ ਬੰਦੇ ਦਾ ਉਹਨੇ ਕਿੰਨਾ ਡੈਟ ਲਿਆ, ਕਿੰਨੀ ਮੌਰਗੇਜ ਆ, ਫਲਾਣਾ, ਉਹ ਸਾਰਾ ਕੁਝ ਸੀਗਾ, ਪਲੱਸ ਹੈਲਥ ਇੰਸ਼ੋਰੈਂਸ, ਤੇ ਇਦਾਂ ਦਾ ਕਈ ਕੁਛ ਇਹਦੇ ਵਿੱਚ ਐਡ ਕੀਤਾ ਸੀ। ਤੇ ਮਤਲਬ ਇਹ ਸੀਗਾ ਉਸ ਐਡਮਿਨਿਸਟ੍ਰੇਸ਼ਨ ਦਾ ਵੀ ਇਹਨੂੰ ਇੰਨਾ ਸਟ੍ਰਿਕਟ ਕਰ ਦਿਓ ਵੀ ਘੱਟ ਤੋਂ ਘੱਟ ਬੰਦਿਆਂ ਨੂੰ ਇਹਨਾਂ ਕੈਟਾਗਰੀਜ਼ ਦੇ ਵਿੱਚ ਗ੍ਰੀਨ ਕਾਰਡ ਮਿਲ ਸਕੇ। ਪਰ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਿਹੜੇ ਅਸਾਈਲਮ ਵਾਲੇ ਹੈਗੇ, ਰਿਫਿਊਜੀ, ਅਸਾਈਲੀ, ਜਾਂ ਜਿਹੜੇ ਵਾਹਵਾ ਦੇ ਅੰਡਰ ਗ੍ਰੀਨ ਕਾਰਡ ਕਰਦੇ ਆ, ਜਾਂ UT ਵੀਜ਼ਾ, ਉਹਨਾਂ ਤੇ ਅਪਲਾਈ ਨਹੀਂ ਸੀ ਹੁੰਦਾ। ਪਰ ਜਿਹੜੇ ਵਿਆਹ ਵਾਲੇ ਕੇਸ ਨੇ, ਜਾਂ ਜਿਹੜੇ ਆਪਾਂ ਰਿਲੇਟਿਵਲੀ ਅਪਲਾਈ ਕਰਦੇ ਆ, ਭੈਣ ਭਰਾ, ਮਾਂ-ਬਾਪ, ਉਹਨਾਂ ਤੇ ਲਾਗੂ ਜ਼ਰੂਰ ਹੁੰਦਾ ਸੀ। ਸੋ ਇਹ ਬਹੁਤ ਵੱਡੀ ਰਾਹਤ ਮਿਲੀ ਆ। ਤੇ ਇਹਦੇ ਨਾਲ ਹੁਣ ਇਹ ਆ ਕਿ ਉਹ ਪੁਰਾਣਾ ਰੂਲ ਜਿਹੜਾ 20 ਸਾਲ ਤੋਂ ਚੱਲਦਾ ਆ ਰਿਹਾ ਉਹੀ ਇੰਪਲੀਮੈਂਟ ਹੋਏਗਾ। ਤੇ ਜਿਹੜੇ ਬੰਦਿਆਂ ਨੇ ਅਪਲਾਈ ਕੀਤੇ ਨੇ ਹੁਣ ਕੇਸ, ਤੇ ਉਹਨਾਂ ਨੇ ਫਾਰਮ ਵੀ ਭਰੇ ਨੇ, ਜੇ RFE ਉਹਨਾਂ ਨੂੰ ਆਈ ਆ, ਫਰਜ਼ ਕਰੋ ਇਮੀਗ੍ਰੇਸ਼ਨ ਤੋਂ ਲੈਟਰ ਆਇਆ ਵੀ ਸਾਨੂੰ ਐਵੀਡੈਂਸ ਭੇਜੋ ਇਹਦੇ ਬਾਰੇ, ਤਾਂ ਇਮੀਗ੍ਰੇਸ਼ਨ ਦੀ ਐਡਵਾਈਜ਼ਰੀ ਆ ਕਿ ਉਹਨਾਂ ਨੂੰ ਇਸ ਫਾਰਮ ਦਾ ਜਿਹੜਾ I-944 ਆ, ਇਹਦੇ ਬਾਰੇ ਉਹਨਾਂ ਨੂੰ ਕੋਈ ਐਵੀਡੈਂਸ ਭੇਜਣ ਦੀ ਲੋੜ ਨਹੀਂ, ਪਰ ਜਿਹੜੀ ਹੋਰ ਚੀਜ਼ਾਂ ਮੰਗੀਆਂ ਉਹ ਭੇਜ ਦੇਣ। ਸੋ ਇਹ ਇੱਕ ਕੁੱਲ ਮਿਲਾ ਕੇ ਬਹੁਤ ਵੱਡੀ ਰਾਹਤ ਆ ਜਿਹੜੀ ਕਿ ਇਸ ਵੀਕ ਦੇ ਵਿੱਚ ਮਿਲੀ ਆ, ਖਾਸ ਕਰਕੇ ਉਹਨਾਂ ਬੰਦਿਆਂ ਲਈ ਜਿਹੜੇ ਕਿ F4 ਕੈਟਾਗਰੀ, ਜਿਹੜੀ ਭਰਾ ਭੈਣ ਦੀ ਕੈਟਾਗਰੀ ਆ, ਉਹਦੇ ਅੰਡਰ ਆਉਣਾ ਚਾਹੁੰਦੇ ਆ, ਜਾਂ ਜਿਹੜੇ US ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਦੇ ਸਪਾਊਸਿਸ ਨੇ, ਤੇ ਉਹਨਾਂ ਵਾਸਤੇ ਬਹੁਤ ਵੱਡੀ ਇਹ ਜਿਹੜੀ ਹੈਗੀ ਆ ਰਾਹਤ ਹੈ। ਤੇ ਇਹਦੇ ਰਾਹੀਂ ਹੁਣ ਇਹ ਹੋਏਗਾ ਕਿ ਜੇ ਫਰਜ਼ ਕਰੋ ਕਿਸੇ ਨੇ ਐਮਰਜੈਂਸੀ ਬੇਸ ਤੇ ਕੋਈ ਮੈਡੀਕਲ ਅਸਿਸਟੈਂਸ ਲਈ ਹੈ, ਜਾਂ ਕਿਸੇ ਨੇ ਪ੍ਰੈਗਨੈਂਸੀ ਦੌਰਾਨ ਲਈ ਹੈ, ਜਾਂ ਕਿਸੇ ਨੇ ਕੋਵਿਡ ਦੌਰਾਨ ਲਈ ਆ, ਜਾਂ ਕਿਸੇ ਨੇ ਕੋਈ ਅਨਐਮਪਲੋਇਮੈਂਟ ਲਈ ਹੈ ਟੈਂਪਰੇਰੀ, ਤਾਂ ਉਹਦਾ ਇਫੈਕਟ ਨਹੀਂ ਪਏਗਾ, ਤੇ ਉਹਦਾ ਜਿਹੜਾ ਉਹਦੀ ਪਟੀਸ਼ਨ ਤੇ ਇਫੈਕਟ ਨਹੀਂ ਪਏਗਾ ਜੇ ਉਹ ਜਿਹੜੀ ਅਸਿਸਟੈਂਸ ਪਰਮਾਨੈਂਟ ਨਹੀਂ ਹੈਗੀ। ਪਰ ਜੇ ਉਹ ਕੋਈ ਬੰਦਾ ਪਰਮਾਨੈਂਟ ਅਸਿਸਟੈਂਸ ਲੈਂਦਾ, ਜਿੱਦਾਂ ਉਹਨੇ ਪੱਕਾ ਹੀ ਜਿਹੜਾ ਮੈਡੀਕਲ ਲਿਆ ਹੋਇਆ, ਤੇ ਜਾਂ ਉਹ ਬੰਦਾ ਜਿਹੜਾ ਹੈਗਾ ਗੌਰਮੈਂਟ ਕੋਲੋਂ ਜਿਹੜੀ ਅਸਿਸਟੈਂਸ ਲੈਂਦਾ ਆ, ਵੀ ਪੈਸੇ ਲੱਗੇ ਆ ਉਹਨੂੰ, ਜਾਂ ਫੂਡ ਸਟੈਂਪਾਂ ਪੱਕੀਆਂ, ਉਹਦਾ ਅਸਰ ਪਏਗਾ। ਪਰ ਜੇ ਉਹਨੇ ਕੁਛ ਦੇਰ ਵਾਸਤੇ ਲਈਆਂ ਨੇ, ਜਿਵੇਂ ਕਿਸੇ ਨੇ ਲਈਆਂ ਨੇ, ਕਿਸੇ ਲੇਡੀ ਨੇ ਪ੍ਰੈਗਨੈਂਸੀ ਵਾਸਤੇ, ਜਾਂ ਕਿਸੇ ਨੇ ਕੋਵਿਡ ਦੌਰਾਨ ਕੋਈ ਬਿਮਾਰ ਹੋ ਗਿਆ, ਜਾਂ ਥੋੜ੍ਹੀ ਦੇਰ ਵਾਸਤੇ ਲਿਆ, ਉਹਦਾ ਕੋਈ ਅਸਰ ਨਹੀਂ ਪਏਗਾ। ਲੇਕਿਨ ਜਿਹੜਾ ਟਰੰਪ ਦਾ ਰੂਲ ਸੀ ਉਹ ਇਹ ਸੀਗਾ ਵੀ ਜੇ ਕਿਸੇ ਨੇ ਥੋੜ੍ਹੀ ਦੇਰ ਵਾਸਤੇ ਵੀ ਲਿਆ, ਉਹ ਵੀ ਡਿਸਕੁਆਲੀਫਾਈ ਹੁੰਦਾ। ਸੋ ਇਹ ਇੱਕ ਵੱਡੀ ਰਾਹਤ ਆ। ਤੇ ਇਹਦੇ ਨਾਲ ਜਿਹੜੀ ਹੋਰ ਖਬਰ ਆ ਉਹ ਇਹ ਹੈਗੀ ਆ ਕਿ ਜਿਹੜੇ US ਦੀ ਜਿਹੜੀ ਡਿਪੋਰਟੇਸ਼ਨ ਪਾਲਿਸੀ ਆ, ਉਹਦੇ ਵਿੱਚ ਵੀ ਕਾਫੀ ਚੇਂਜਸ ਆ ਰਹੀਆਂ ਨੇ। ਇਹਨਾਂ ਨੇ ਇਹ ਕੀਤਾ ਕਿ ਜਿਹੜੀਆਂ ਫੈਮਲੀਜ਼ ਨਾਲ ਬੱਚੇ ਆਉਂਦੇ ਆ ਉਹਨਾਂ ਨੂੰ ਜ਼ਿਆਦਾ ਡਿਟੇਨ ਨਹੀਂ ਕਰਦੇ, ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ 72 ਆਵਰ ਦੇ ਵਿੱਚ ਹੀ ਉਹਨਾਂ ਨੂੰ ਇੱਥੋਂ ਜਿਹੜਾ ਹੈਗਾ ਉਹ ਆਪਣੇ ਜਿਹੜਾ ਸਪਾਂਸਰ ਹੈਗਾ, ਜਾਂ ਜਿਹੜਾ ਬਾਹਰ ਜ਼ਿੰਮੇਵਾਰੀ ਚੱਕਦਾ, ਉਹਦੇ ਕੋਲ ਭੇਜ ਦਿੱਤਾ ਜਾਵੇ। ਤੇ ਇਹ ਵੀ ਇੱਕ ਉਹਨਾਂ ਵਾਸਤੇ ਰਾਹਤ ਹੈ। ਪਰ ਜਿਹੜੇ 18 ਸਾਲ ਤੋਂ ਉੱਪਰ ਉਮਰ ਦੇ ਬੰਦੇ ਆਉਂਦੇ ਆ, ਉਹਨਾਂ 'ਤੇ ਅਜੇ ਵੀ ਸਖਤੀ ਆ। ਤੇ ਇਸ ਕਰਕੇ ਮੇਰੀ ਸਾਰਿਆਂ ਨੂੰ ਇਹ ਬੇਨਤੀ ਆ ਵੀ ਕਿਉਂਕਿ ਨਰਮੀ ਹੈ, ਇਹਦੇ ਕਰਕੇ ਆਉਣ ਦੀ ਕੋਸ਼ਿਸ਼ ਨਾ ਕਰੋ ਰਿਸਕ ਲੈ ਕੇ। ਜਿਵੇਂ ਕਈ ਲੋਕ ਇਹ ਸੋਚਦੇ ਨੇ ਕਿ ਹੁਣ ਅਸੀਂ ਆ ਜਾਂਦੇ ਆ ਉੱਥੋਂ ਇੰਡੀਆ ਤੋਂ ਜਾਂ ਹੋਰਾਂ ਮੁਲਕਾਂ ਤੋਂ, ਇਹ ਨਾ ਆਓ ਕਿਉਂਕਿ ਇਹ ਰਿਸਕੀ ਆ, ਤੇ ਇਸ ਕਰਕੇ ਅਨਲੌਫੁਲ ਆ। ਸੋ ਸਾਰਿਆਂ ਨੂੰ ਇਹੀ ਮੈਂ ਕਹੂੰਗਾ ਵੀ ਇਸ ਤਰੀਕੇ ਨਾਲ ਜਿਹੜੇ ਬਾਰਡਰ ਟੱਪ ਕੇ ਆਉਣਾ ਉਹ ਗਲਤ ਹੈ, ਗੈਰ ਕਾਨੂੰਨੀ ਆ, ਤੇ ਵੈਸੇ ਵੀ ਰਿਸਕੀ ਆ। ਤੇ ਉਹ ਇਹ ਸੋਚ ਕੇ ਕਿ ਬੜੀ ਨਰਮੀ ਹੋ ਗਈ ਆ, ਤੇ ਉਹ ਤੁਸੀਂ ਪਲੀਜ਼ ਅਜੇ ਨਾ ਆਓ। ਇਹਦੇ ਨਾਲ ਜਿਹੜੇ ਬੰਦੇ ਡਿਟੈਂਸ਼ਨ 'ਚ ਨੇ ਉਹਨਾਂ ਬਾਰੇ ਜਿਹੜੀਆਂ ਹੁਣ ਬੌਂਡ ਵਗੈਰਾ ਜਿਹੜੇ ਆਲਰੇਡੀ ਅੰਦਰ ਹੈਗੇ ਆ, ਉਹਨਾਂ 'ਚ ਜਿਹੜੇ ਦਾ ਬੰਦਿਆਂ ਦਾ ਕ੍ਰੈਡੀਬਲ ਫੇਲ ਹੋਇਆ ਉਹਨਾਂ ਦੀ ਸਿਚੁਏਸ਼ਨ ਹੋਰ ਆ, ਕਿਉਂਕਿ ਉਹਨਾਂ 'ਤੇ ਡਿਪੋਰਟੇਸ਼ਨ ਲੱਗੀ ਆ। ਪਰ ਜਿਹੜੇ ਬੰਦਿਆਂ ਦੀਆਂ ਅਪੀਲਾਂ ਚੱਲਦੀਆਂ ਨੇ, ਜਾਂ ਜਿਨ੍ਹਾਂ ਦੇ ਕੇਸ ਅਜੇ ਸਟਿਲ ਪੈਂਡਿੰਗ ਨੇ, ਉਹਨਾਂ ਦੇ ਵੀ ਬੌਂਡ ਕਈਆਂ ਦੇ ਹੋ ਰਹੇ ਨੇ। ਤੇ ਉਹਨਾਂ ਦਾ ਕਿਸੇ ਦਾ ਅਸੀਂ ਪਿਛਲੇ ਹਫ਼ਤੇ ਇੱਕ ਬੰਦਾ ਛੁਡਾਇਆ, ਉਹਦਾ 5000 ਦਾ ਬੌਂਡ ਹੋਇਆ, ਉਹ 1.5-2 ਸਾਲ ਤੋਂ ਅੰਦਰ ਸੀ। ਤਾਂ ਉਹ ਬੌਂਡ ਵੀ ਅੱਗੇ ਨਾਲੋਂ ਥੋੜ੍ਹੀ ਜਿਹੜੀ ਹੈਗੀ ਨਰਮੀ ਹੋਈ ਆ। ਤੇ ਹੁਣ ਵਕਤ ਹੋ ਗਿਆ ਤੁਹਾਡੇ ਕੁਛ ਜਿਹੜੇ ਹੈਗੇ ਸਵਾਲਾਂ ਦੇ ਜਿਹੜੇ ਜਵਾਬ ਦੇਣ ਦਾ। ਤੇ ਇਹਦੇ ਵਿੱਚ ਦੇਖੋ ਜੀ, ਇੱਕ ਤਾਂ ਕੁਛ ਤਾਂ ਜਿਹੜੇ ਸੱਜਣਾ ਨੇ ਜਿਹੜੀ ਸ਼ਲਾਘਾ ਕੀਤੀ ਆ, ਉਹਨਾਂ ਨੇ ਕਿਹਾ ਵੀ ਤੁਸੀਂ ਅੱਛਾ ਕੰਮ ਕਰ ਰਹੇ ਹੋ। ਦੇਖੋ ਇਹ ਮੈਂ ਇਹ ਸਮਝਦਾ ਵੀ ਕਾਰਪੁਰਖ ਵਾਹਿਗੁਰੂ ਦੀ ਕਿਰਪਾ ਹੈ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਵੀ ਮੈਂ ਆਪਣੀ ਕਮਿਊਨਿਟੀ ਦੀ ਜਿੰਨੀ ਵੀ ਸੇਵਾ ਉਨੀ ਕਰ ਸਕਾਂ ਤੇ ਸਹੀ ਸਲਾਹ ਦੇ ਸਕਾਂ। ਸੋ ਇਹ ਮੈਂ ਬਾਕੀ ਧੰਨਵਾਦੀ ਹਾਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਕਿ ਇਹਨੂੰ ਲਾਈਕ ਕੀਤਾ। ਤੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਸਾਡਾ ਇਹ ਪ੍ਰੋਗਰਾਮ ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਜਿਹੜਾ ਸਬਸਕ੍ਰਾਈਬ ਕਰੋ, ਤੇ ਇਹਨੂੰ ਜਿਹੜਾ ਹੈਗਾ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ। ਤੇ ਇੱਕ ਹੋਰ ਸਵਾਲ ਆਇਆ, ਉਹਨਾਂ ਨੇ ਕਿਹਾ ਜੀ ਕਿ F4 ਵੀਜ਼ੇ ਵਾਸਤੇ 2007 'ਚ
ਤੇ ਅਪਲਾਈ ਕੀਤਾ ਸੀ ਤੇ ਬ੍ਰਦਰ ਸਿਸਟਰ ਦੀ ਜਿਹੜੀ ਕੈਟਾਗਰੀ ਕਿੰਨਾ ਟਾਈਮ ਲੱਗੂਗਾ। ਦੇਖੋ ਅਜੇ 2005 ਚੱਲ ਰਿਹਾ, ਜਿਵੇਂ ਮੈਂ ਲਾਸਟ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਵੀਜ਼ਾ ਬੁਲਟਨ ਪੜ੍ਹ ਕੇ ਸੁਣਾਇਆ ਸੀ ਵੀ, ਤੇ ਉਹ 5 ਅਜੇ ਪਹਿਲਾਂ ਕਲੀਅਰ ਹੋਊਗਾ, ਫਿਰ 6 ਆਊਗਾ, ਫਿਰ 7 ਆਊਗਾ, ਟਾਈਮ ਲੱਗੂਗਾ। ਬਾਕੀ ਦੇਖਣ ਵਾਲੀ ਗੱਲ ਆ ਵੀ ਕਿੰਨਾ ਫਾਸਟ ਕਰਦੀ ਆ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਆ, ਤੇ 1.5-2 ਸਾਲ ਤਕਰੀਬਨ ਲੱਗ ਸਕਦੇ ਆ ਜੇ ਫਾਸਟ ਨਾ ਹੋਇਆ। ਉਸ ਤੋਂ ਬਾਅਦ ਇੱਕ ਹੋਰ ਸਵਾਲ ਪੁੱਛਿਆ ਗਿਆ ਕਿ ਜਿਹੜਾ ਵਰਕ ਪਰਮਿਟ ਅਸਾਈਲਮ ਸੀਕਰਸ ਆ ਉਹਦੇ ਬਾਰੇ ਕੀ ਆ। ਦੇਖੋ ਜਿਹੜਾ ਵਰਕ ਪਰਮਿਟ ਆ ਉਹਦੇ ਵਾਸਤੇ ਇਸ ਤਰ੍ਹਾਂ ਹੈਗਾ ਕਿ ਜਦੋਂ ਬੰਦਾ ਕੋਈ ਅਸਾਈਲਮ ਅਪਲਾਈ ਕਰਦਾ, ਜੇ 180 ਦਿਨ ਤੋਂ ਬਾਅਦ ਉਹ ਐਲੀਜੀਬਲ ਹੋ ਜਾਂਦਾ, ਜੇ ASAP ਦਾ ਮੈਂਬਰ ਆ। ਉੱਦਾਂ ਟਰੰਪ ਨੇ ਰੂਲ ਬਣਾਇਆ ਸੀ 365 ਦਿਨ ਦਾ, ਤੇ ਜਾਂ ਫਿਰ ਜਿਹਦਾ ਕੇਸ ਪੈਂਡਿੰਗ ਆ ਉਹ 365 ਦਿਨ ਬਾਅਦ ਕਰ ਸਕਦਾ। ਪਰ ਜੇ ਉਹ ASAP ਦਾ ਮੈਂਬਰ ਬਣ ਜਾਂਦਾ, ਇਹ ਇੱਕ ਆਰਗੇਨਾਈਜੇਸ਼ਨ ਆ ਜਿਹਨੇ ਕੇਸ ਕੀਤਾ ਸੀ, ਤੈਨੂੰ ਸਟੇ ਮਿਲੀ ਹੋਈ ਆ, ਉਹ 6 ਮਹੀਨੇ ਬਾਅਦ ਵੀ ਕਰ ਸਕਦਾ ਵਰਕ ਪਰਮਿਟ। ਤੇ ਉਹ ਫਿਰ ਉਹਦਾ ਵਰਕ ਪਰਮਿਟ ਜਿਹੜਾ ਆ ਜਾਂਦਾ। ਥੋੜਾ ਟਾਈਮ ਜ਼ਿਆਦਾ ਲੱਗ ਰਿਹਾ ਆਉਣ 'ਚ, ਜਿਹੜੇ ਰੀਨਿਊ ਹੋ ਰਹੇ ਨੇ ਉਹਨਾਂ ਨੂੰ ਤਾਂ 5-6 ਮਹੀਨੇ ਵੀ ਲੱਗ ਰਹੇ ਆ, ਦੂਜਿਆਂ ਨੂੰ ਥੋੜਾ ਘੱਟ ਆ ਪਰ ਟਾਈਮ ਲੱਗ ਰਿਹਾ। ਤੇ ਇੱਕ ਇਹਨਾਂ ਨੇ ਇੱਕ ਹੋਰ ਸਵਾਲ ਪੁੱਛਿਆ ਸੀ ਵੀ ਜਿਹੜੇ ਬੰਦੇ ਡਿਪੋਰਟ ਹੋ ਚੁੱਕੇ ਆ ਤੇ ਉਹਨਾਂ ਤੇ ਕੋਈ ਮਤਲਬ ਉਹਨਾਂ ਨੇ ਕ੍ਰਾਈਮ ਨਹੀਂ ਕੀਤਾ ਤੇ ਉਹਨਾਂ ਤੇ ਕਿੰਨਾ ਕੁ ਬੈਨ ਆ। ਦੇਖੋ ਜੇ ਕ੍ਰਾਈਮ ਨਹੀਂ ਕੀਤਾ, ਜੇ ਤੁਸੀਂ ਡਿਪੋਰਟ ਹੋਏ ਹੋ, ਤੁਹਾਡੇ ਤੇ 10 ਸਾਲ ਦਾ ਬੈਨ ਵੀ ਹੋ ਸਕਦਾ, 5 ਦਾ ਵੀ, ਪਰ ਆਮ ਤੌਰ ਤੇ ਜੇ ਤੁਸੀਂ ਇੱਥੇ 6 ਮਹੀਨੇ ਤੋਂ ਵੱਧ ਇਲੀਗਲ ਸਟੇ ਕੀਤਾ ਆ ਤਾਂ ਡਿਪੋਰਟ ਹੋਏ ਹੋ ਤਾਂ 10 ਸਾਲ ਦਾ ਬੈਨ ਲੱਗ ਜਾਂਦਾ। ਉਸ ਤੋਂ ਬਾਅਦ ਇੱਕ ਹੋਰ ਸਵਾਲ ਸੀਗਾ ਤੇ ਉਹਨਾਂ ਨੇ ਇਹ ਕਿਹਾ ਕਿ ਜੀ ਜਿਹੜੀ ਅਮਰੀਕਾ ਦੇ ਵਿੱਚ 2006 ਦਾ ਕੇਸ ਲੱਗਿਆ ਹੋਇਆ ਜਿਹੜਾ ਫੈਮਿਲੀ ਦਾ F4 ਕੈਟੇਗਰੀ, ਉਹਦੇ 'ਚ ਕੀ ਹੋਏਗਾ। ਉਹ ਸੇਮ ਹੈ ਜੀ ਕਿ 2005 ਚੱਲ ਰਿਹਾ ਜੇ, ਤੇ ਹੁਣ ਦੇਖਣ ਵਾਲੀ ਗੱਲ ਇਹ ਆ ਵੀ 6 ਜਿਹੜਾ ਕਦੋਂ ਚੱਲੇਗਾ, ਤੇ ਜਦੋਂ ਹੁਣ 5 ਖਤਮ ਹੋਏਗਾ ਉਸ ਤੋਂ ਬਾਅਦ 6 ਚੱਲੇਗਾ। ਇਸ ਤੋਂ ਇਲਾਵਾ ਜਿਹੜੇ ਮਤਲਬ ਜਿਹੜੇ ਕੁਝ ਹੋਰ ਤੁਹਾਡੇ ਜਿਹੜੇ ਸਵਾਲ ਆਏ ਨੇ ਉਹਨਾਂ ਬਾਰੇ ਵੀ ਮੈਂ ਦੱਸਦਾ। ਤੇ ਇੱਕ ਨੇ ਸਵਾਲ ਪੁੱਛਿਆ ਜੀ ਕਿ ਮੇਰੇ ਹਸਬੈਂਡ US ਦੇ ਵਿੱਚ ਹੈਗੇ ਨੇ, ਉਹਨਾਂ ਨੇ ਅਸਾਈਲਮ ਅਪਲਾਈ ਕੀਤਾ ਤੇ ਮੈਂ ਤੇ ਮੇਰੇ ਬੱਚੇ ਅਸੀਂ ਇੰਡੀਆ 'ਚ ਆ, ਤੇ ਉਹਦੀ ਫਾਈਨਲ ਡੇਟ ਅਗਸਤ 2020 'ਚ ਆ, ਤੇ ਉਹ ਕੋਵਿਡ ਕਰਕੇ ਨਹੀਂ ਹੋਈ, ਹੁਣ 23 'ਚ ਪੈ ਗਈ। ਦੇਖੋ ਇਸ ਤਰ੍ਹਾਂ ਹੈਗਾ ਜੀ ਕਿ ਜਿਹੜੀਆਂ ਇਹ ਡੇਟਾਂ ਹੈਗੀਆਂ ਇਹ ਅੱਗੇ ਹੋ ਰਹੀਆਂ ਕੋਵਿਡ ਕਰਕੇ, ਕਿਉਂਕਿ ਜਿਹੜੀਆਂ ਇੰਡੀਵਿਜੂਅਲ ਡੇਟਾ ਨੇ ਉਹ ਕੋਟਾਂ ਕੁਛ ਕਰ ਰਹੀਆਂ, ਕੁਛ ਨਹੀਂ ਕਰ ਰਹੀਆਂ, ਸੋ ਕਈਆਂ ਨੂੰ ਅੱਗੇ ਕਰ ਰਹੇ ਨੇ, ਤੇ ਇਸ ਕਰਕੇ ਜੇ ਅੱਗੇ ਡੇਟ ਹੋਈ ਆ ਤਾਂ 23 'ਚ ਹੋਈ ਆ, 23 'ਚ ਹੋਏਗੀ, ਹੋ ਸਕਦਾ ਪਹਿਲਾਂ ਵੀ ਕਰ ਦੇਵੇ ਕੋਰਟ। ਸੋ ਇਹ ਦੇਖਣ ਵਾਲੀ ਗੱਲ ਆ, ਬਾਕੀ ਵੇਟ ਹੀ ਕਰਨੀ ਪਏਗੀ। ਤੇ ਇੱਕ ਇਹ ਕੁਐਸਚਨ ਆਇਆ, ਉਹਨਾਂ ਨੇ ਕਿਹਾ ਮੇਰੇ ਹਸਬੈਂਡ ਦਾ ਅਸਾਈਲਮ ਪਾਸ ਹੋ ਗਿਆ ਤੇ ਮੇਰੇ ਹਸਬੈਂਡ ਨੇ ਸਾਡਾ ਅਪਲਾਈ ਕੀਤਾ ਹੋਇਆ, ਕਿੰਨਾ ਟਾਈਮ ਲੱਗੂ। ਦੇਖੋ ਆਮ ਤੌਰ ਤੇ ਪਹਿਲਾਂ ਤਕਰੀਬਨ ਸਾਲ ਸਵਾ ਸਾਲ 'ਚ ਜਿਹੜੀ ਇਹ ਅਸਾਈਲੀ ਰਿਲੇਟਿਵ ਪਟੀਸ਼ਨ ਹੁੰਦੀ ਆ, ਇਹਦੇ 'ਚ ਜਦੋਂ ਅਪਲਾਈ ਕਰਦੇ ਆ ਆਪਾਂ ਹਸਬੈਂਡ ਵਾਈਫ ਜਾਂ 21 ਸਾਲ ਤੋਂ ਘੱਟ ਬੱਚਿਆਂ ਦਾ, ਉਹ ਆ ਜਾਂਦੇ ਸੀ। ਪਰ ਅੱਜ ਕੱਲ੍ਹ ਜ਼ਿਆਦਾ ਟਾਈਮ ਲੱਗ ਰਿਹਾ, 2 ਸਾਲ ਤੱਕ ਵੀ ਲੱਗ ਰਿਹਾ, 2.5 ਵੀ ਲੱਗ ਸਕਦੇ ਆ, ਕਿਉਂਕਿ ਕੋਵਿਡ ਕਰਕੇ ਤੁਹਾਨੂੰ ਪਤਾ ਹੀ ਆ ਵੀ ਪਿਛਲਾ ਸਾਰਾ ਸਾਲ ਜਿਹੜਾ ਸੀ ਉਹਦੇ 'ਚ ਕੰਮ ਬੜਾ ਸਲੋਅ ਹੋਇਆ। ਤੇ ਇੱਕ ਹੋਰ ਸਵਾਲ ਆਇਆ ਕਿ ਜੀ F4 ਕੈਟੇਗਰੀ 2007 'ਚ ਅਪਲਾਈ ਹੋਈ ਆ, ਤੇ ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਉਹਨੂੰ ਵੀ ਉਨਾ ਹੀ ਟਾਈਮ ਲੱਗੂਗਾ ਜੀ। ਬਾਕੀ ਇਹਨਾਂ ਨੇ ਕੁਛ ਅਡੋਪਸ਼ਨ ਬਾਰੇ ਪੁੱਛਿਆ, ਤੇ ਅਡੋਪਸ਼ਨ ਦਾ ਇਹ ਹੁੰਦਾ ਬੇਸਿਕਲੀ ਵੀ ਜੇ ਤੁਸੀਂ ਬੱਚੇ ਨੂੰ ਅਡੋਪਟ ਕਰਨਾ, ਉਹਦੀ ਉਮਰ 16 ਸਾਲ ਤੋਂ ਘੱਟ ਚਾਹੀਦੀ ਹੈ, ਤਾਂ 2 ਸਾਲ ਬੱਚੇ ਕੋਲ ਰਹਿਣਾ ਪੈਂਦਾ। ਜੇ 2 ਸਾਲ ਰਹਿੰਦੇ ਹੋ ਤੁਸੀਂ ਉਹਦੇ ਕੋਲ ਫਿਜ਼ੀਕਲੀ ਅਡੋਪਸ਼ਨ ਤੋਂ ਬਾਅਦ, ਜਿਹੜਾ ਕੋਰਟ ਦਾ ਆਰਡਰ ਆ ਉਸ ਤੋਂ ਬਾਅਦ, ਤੇ 16 ਸਾਲ ਤੋਂ ਘੱਟ ਆ, ਤੇ ਉਹ ਫਿਰ ਜਿਹੜਾ ਬੱਚਾ ਹੈਗਾ ਉਹ ਇਮੀਗ੍ਰੇਸ਼ਨ ਪਰਪਸ ਲਈ ਜਿਹੜਾ ਤੁਹਾਡਾ ਸਮਝਿਆ ਤੁਸੀਂ ਉਹਦੀ ਪਟੀਸ਼ਨ ਕਰ ਸਕਦੇ ਹੋ ਆ ਕੇ। ਤੇ ਇੱਕ ਜਿਹੜੇ ਇਹ ਵੀ ਪੁੱਛਿਆ ਵੀ ਜਿਹੜੇ ਇੱਕ ਆਇਆ ਕੁਐਸਚਨ ਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ ਅਨਮੈਰਿਡ ਬੱਚੇ ਨੇ ਉਹਨਾਂ ਨੂੰ ਕਿੰਨਾ ਟਾਈਮ ਲੱਗ ਰਿਹਾ। ਜਿਵੇਂ ਮੈਂ ਲਾਸਟ ਟਾਈਮ ਦੱਸਿਆ ਸੀ ਚਾਰਟ ਤੋਂ, ਉਹਨਾਂ ਨੂੰ ਤਕਰੀਬਨ ਟਾਈਮ ਹੁਣ ਅੱਗੇ ਨਾਲੋਂ ਤਾਂ ਘੱਟ, ਅੱਗੇ ਤਾਂ 9-10 ਸਾਲ ਆਏ ਸੀਗੇ, ਹੁਣ ਜਿਹੜਾ ਹੈਗਾ ਮੇਰੇ ਖਿਆਲ 6-7 ਸਾਲ ਲੱਗ ਰਹੇ ਆ। ਤੇ ਹੁਣ ਬਾਕੀ ਇਹਦੇ 'ਚ ਇਹ ਇੰਪੋਰਟੈਂਟ ਗੱਲ ਆ ਵੀ ਜਿਹੜਾ ਗ੍ਰੀਨ ਕਾਰਡ ਹੋਲਡਰ ਆਪਣੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚਿਆਂ ਲਈ ਕਰ ਰਿਹਾ, ਉਹਦਾ ਅੱਜ ਕੱਲ੍ਹ ਕਰੰਟ ਆ ਕਿ ਉਹ ਸਿਟੀਜ਼ਨ ਦੇ ਨਾਲ ਹੀ, ਜਿਵੇਂ ਹੁਣ ਜਿੰਨਾ ਟਾਈਮ ਸਿਟੀਜ਼ਨ ਨੂੰ ਲੱਗ ਰਿਹਾ ਆਪਣੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚਿਆਂ ਨੂੰ ਬੁਲਾਉਣ ਲਈ, ਉਨਾ ਹੀ ਗ੍ਰੀਨ ਕਾਰਡ ਹੋਲਡਰ ਨੂੰ ਵੀ ਲੱਗ ਰਿਹਾ ਇਸ ਟਾਈਮ। ਸੋ ਕਰੰਟ ਚੱਲ ਰਿਹਾ ਅਜੇ, ਬਾਕੀ ਅੱਗੇ ਦਾ ਪਤਾ ਨਹੀਂ ਕਿ ਕੈਟੇਗਰੀ ਹੈ ਜਿਹੜੀ ਹੁੰਦੀ ਅੱਗੇ ਪਿੱਛੇ ਹੁੰਦੀ ਰਹਿੰਦੀ ਆ, ਤੇ ਅੱਗੇ ਪਿੱਛੇ ਕਿਸੇ ਟਾਈਮ ਤੇ 2-3 ਸਾਲ ਵੀ ਲੱਗਦੇ ਰਹੇ ਇਹਦੇ 'ਚ, ਪਰ ਅੱਜ ਕੱਲ੍ਹ ਕਰੰਟ ਆ। ਤੇ ਇੱਕ ਸਵਾਲ ਇਹ ਵੀ ਆਇਆ ਕਿ ਸਟੱਡੀ ਵੀਜ਼ੇ ਬਾਰੇ ਜਾਣਕਾਰੀ ਦਿਓ। ਦੇਖੋ ਸਟੱਡੀ ਵੀਜ਼ਾ ਜਿਹੜਾ F1 ਵੀਜ਼ਾ ਆ, ਇਹਦੇ ਵਾਸਤੇ ਇੱਥੇ ਐਡਮਿਸ਼ਨ ਲੈਣੀ ਪੈਂਦੀ ਹੈ। ਐਡਮਿਸ਼ਨ ਵੀ ਉਸ ਕਾਲਜ ਜਾਂ ਸਕੂਲ 'ਚ ਜਿਹੜਾ ਕਿ ਇੱਕ ਫਾਰਮ ਜਾਰੀ ਕਰਦਾ, ਤੇ ਉਹ ਫਾਰਮ ਨੂੰ I-20 ਕਹਿੰਦੇ ਆ, ਮਤਲਬ ਉਹਨੂੰ ਸਪੋਂਸਰ ਕਰਦਾ। ਤੇ ਉਸ ਤੋਂ ਬਾਅਦ ਤੁਸੀਂ ਆਪਣੇ ਜਿਹੜੇ ਹੈਗੇ ਟੈਕਸ ਦੇ ਪੇਪਰ ਜਿਹੜੇ ਆ ਉਹ ਤੁਹਾਨੂੰ ਸਾਰੇ ਜਿਹੜੇ ਆਪਣੇ ਆ ਜਿਹੜਾ ਸਪੋਂਸਰ ਹੈਗਾ, ਜਿਹੜੇ ਬੰਦੇ ਨੇ ਜ਼ਿੰਮੇਵਾਰੀ ਚੱਕਣੀ ਆ ਉਹਨੂੰ ਦੇਣੇ ਪੈਂਦੇ, ਐਫੀਡੇਵਿਟ ਆਫ ਸਪੋਰਟ ਦੇਣਾ ਪੈਂਦਾ ਵੀ ਮੈਂ ਫੀਸ ਦੇਣ ਨੂੰ ਤਿਆਰ ਹਾਂ। ਜੇ ਉਹ ਕੋਈ ਨਹੀਂ ਹੈਗਾ ਤਾਂ ਫਿਰ ਤੁਹਾਨੂੰ ਆਪਣਾ ਸ਼ੋਅ ਕਰਨਾ ਪੈਂਦਾ ਵੀ ਸਾਡੇ ਕੋਲ ਇੰਨੇ ਪੈਸੇ ਹੈਗੇ ਆ ਕਿ ਅਸੀਂ ਸਾਰਾ ਖਰਚਾ ਚੱਕ ਸਕੀਏ। ਉਸ ਤੋਂ ਬਾਅਦ ਅੰਬੈਸੀ ਕੋਲ ਅਪਲਾਈ ਕਰਦੇ ਹੋ, ਅੰਬੈਸੀ ਦੀ ਮਰਜ਼ੀ ਆ ਵੀਜ਼ਾ ਦੇਵੇ ਜਾਂ ਨਾ ਦੇਵੇ, ਇਹ ਕੋਈ ਗਰੰਟੀ ਨਹੀਂ ਹੁੰਦੀ
ਜਿਵੇਂ ਕਈ ਲੋਕਾਂ ਨੂੰ ਭੁਲੇਖਾ ਹੁੰਦਾ ਵੀ ਜੇ I-20 ਇਸ਼ੂ ਹੋ ਗਿਆ, ਐਡਮਿਸ਼ਨ ਹੋਊਗੀ ਤਾਂ ਐਮਬੈਸੀ ਨੇ ਵੀਜ਼ਾ ਦੇ ਹੀ ਦੇਣਾ। ਇਹ ਬਹੁਤ ਇਹੋ ਜਿਹੇ ਕੇਸ ਨੇ ਕਿ ਐਮਬੈਸੀ ਉਹਨਾਂ ਨੂੰ ਰਿਫਿਊਜ਼ ਕਰ ਦਿੰਦੀ ਹੈ। ਐਮਬੈਸੀ ਨੇ ਦੇਖਣਾ ਵੀ ਕੀ ਇਹ ਬੰਦਾ ਪੜ੍ਹਨ ਚੱਲਿਆ ਕਿ ਪੱਕਾ ਰਹਿਣ ਚੱਲਿਆ, ਕੀ ਇਹ ਵਾਪਸ ਆਏਗਾ। ਸੋ ਜੇ ਉਹ ਇਸ ਗੱਲੋਂ ਸੈਟਿਸਫਾਈਡ ਹੋਣ ਤਾਂ ਵੀਜ਼ਾ ਮਿਲਦਾ, ਨਹੀਂ ਉਹ ਜੇ ਤੁਹਾਨੂੰ ਐਡਮਿਸ਼ਨ ਮਿਲੀ ਹੈ ਤਾਂ ਵੀ ਰਿਫਿਊਜ਼ ਕਰ ਸਕਦੇ ਐਮਬੈਸੀ ਵਾਲੇ, ਨਾ ਹੋ ਸਕਦੀ ਹੈ। ਅਤੇ ਇੱਕ ਹੋਰ ਸਵਾਲ ਹੈਗਾ ਕਿ ਅਸਾਈਲਮ ਵਾਲਿਆਂ ਦੇ ਵਰਕ ਪਰਮਿਟ ਬਾਰੇ, ਉਹ ਆਪਾਂ ਦੱਸ ਚੁੱਕੇ ਹਾਂ ਕਿ ਜੇ ਤੁਹਾਨੂੰ 6 ਮਹੀਨੇ ਹੋ ਜਾਣ ਅਸਾਈਲਮ ਅਪਲਾਈ ਕੀਤੇ ਨੂੰ, ਅਤੇ ਅਜੇ ਕੇਸ ਚੱਲ ਰਿਹਾ, ਤੁਸੀਂ ਫਿਰ ਜਿਹੜਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਜੇ ASAP ਦੇ ਮੈਂਬਰ ਹੋ। ਜੇ ASAP ਦੇ ਮੈਂਬਰ ਨਹੀਂ, ਫਿਰ 365 ਦਿਨ ਬਾਅਦ ਹੋਏਗਾ। ਅਤੇ ਇੱਕ ਕਿਸੇ ਨੇ ਪੁੱਛਿਆ ਵੀ ਜਿਹੜੇ ਬੰਦੇ ਇੱਥੋਂ ਡਿਪੋਰਟ ਹੋਏ ਨੇ ਉਹਨਾਂ ਦਾ ਜਿਹੜੀ ਹੈਗੀ ਆ ਉਹ ਕੀ ਸਿਚੁਏਸ਼ਨ ਆ ਨਵੇਂ ਲਾ ਥੱਲੇ। ਦੇਖੋ ਜਿਹੜਾ ਨਵਾਂ ਐਕਟ ਹੈਗਾ ਉਹ ਅਜੇ ਪੇਸ਼ ਹੋਇਆ, ਅਜੇ ਉਹਦੀ ਜਿਹੜੀ ਹੈਗੀ ਡਿਸਕਸ਼ਨ ਹੋਈ ਆ, ਪਿਛਲੇ ਵੀਕ ਹਾਊਸ 'ਚ ਹੋਈ ਆ। ਹਾਊਸ ਦੇ ਵਿੱਚ ਉਹਨਾਂ ਕੋਲ ਇੰਨੀਆਂ ਵੋਟਾਂ ਨਹੀਂ ਸੀ ਕਿ ਫਲੋਰ 'ਤੇ ਲਿਆ ਸਕਣ, ਉਹਨਾਂ ਨੇ ਇਹਨੂੰ ਜੁਡੀਸ਼ਰੀ ਕਮੇਟੀ 'ਚ ਭੇਜਤਾ। ਹੁਣ ਲੱਗ ਰਿਹਾ ਵੀ ਇਹਨੂੰ ਉਹ ਟੁਕੜਿਆਂ ਦੇ ਵਿੱਚ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਵੀ ਜਿੱਦਾਂ ਪਹਿਲਾਂ ਡਾਕਾ ਵਾਲਿਆਂ ਦਾ ਕਰਨਗੇ ਬੱਚਿਆਂ ਦਾ, ਫਿਰ ਦੂਜਿਆਂ ਦਾ। ਸੋ ਅਜੇ ਜਿਹੜੇ ਡਿਪੋਰਟ ਹੋਏ ਆ ਬੰਦੇ, ਉਹਨਾਂ ਬਾਰੇ ਰੱਖਿਆ ਤੋਂ ਜ਼ਰੂਰ ਗਿਆ ਵੀ ਜਿਹੜਾ ਡਿਪੋਰਟ ਹੋਣ ਤੋਂ ਪਹਿਲਾਂ 3 ਸਾਲ ਅਮਰੀਕਾ 'ਚ ਰਿਹਾ, 17 ਤੋਂ 20 ਦੇ ਵਿੱਚ ਡਿਪੋਰਟ ਹੋਇਆ, ਉਹ ਆ ਸਕਦਾ। ਪਰ ਅਜੇ ਜਦ ਤੱਕ ਲਾ ਨਹੀਂ ਬਣਦਾ ਉਦੋਂ ਤੱਕ ਮੈਂ ਪੱਕਾ ਨਹੀਂ ਦੱਸ ਸਕਦਾ, ਕਿਉਂਕਿ ਇਹਨੂੰ ਟਾਈਮ ਲੱਗ ਸਕਦਾ ਆਉਣ ਦਾ। ਅਤੇ ਇਹ ਹੁਣ ਸਮਾਂ ਦੱਸੇਗਾ ਕਿ ਇਹ ਜਿਹੜੀ ਪ੍ਰੋਵੀਜ਼ਨ ਆ ਉਹ 'ਚ ਰਹਿੰਦੀ ਆ ਕਿ ਨਹੀਂ ਰਹਿੰਦੀ। ਅਤੇ ਇੱਕ ਹੋਰ ਕੁਐਸਚਨ ਆ, ਉਹਨਾਂ ਨੇ ਕਿਹਾ ਜੀ ਕਿ ਸਾਡੇ ਪੇਪਰ 2011 ਵਿੱਚ ਅਪਲਾਈ ਕੀਤੇ ਸੀ ਹਸਬੈਂਡ ਨੇ, ਅਤੇ ਇਸ ਕਰਕੇ ਕਿੰਨਾ ਟਾਈਮ ਲੱਗੇਗਾ। ਦੇਖੋ ਜੇ 2011 ਦੀ ਕੈਟਾਗਰੀ ਜਿਹੜੇ F4 'ਚ ਕੀਤੇ ਆ, ਵੀ ਤੁਹਾਡੇ ਹਸਬੈਂਡ ਦੀ ਸਿਸਟਰ ਨੇ ਕੀਤੇ ਅਪਲਾਈ, ਇਹ ਤਾਂ 2005 ਚੱਲ ਰਿਹਾ ਅਤੇ ਇਹਨੂੰ ਟਾਈਮ ਲੱਗੇਗਾ। ਅਤੇ ਜੇ ਜਿਹੜੇ ਹਸਬੈਂਡ ਦੇ ਪੇਰੈਂਟਸ ਇੱਥੇ ਨੇ, ਸਿਟੀਜ਼ਨ ਨੇ, ਉਹਨਾਂ ਨੇ ਆਪਣੇ ਬੱਚੇ ਦਾ ਕੀਤਾ, ਮੈਰਿਡ ਬੱਚੇ ਦਾ, ਉਹ ਵੀ ਹੁਣ 2008 ਚੱਲ ਰਿਹਾ, ਜੇ ਉਹਨੂੰ ਵੀ ਟਾਈਮ ਲੱਗੇਗਾ। ਸੋ ਟਾਈਮ ਲੱਗੇਗਾ ਇਹਨੂੰ ਜੀ। ਅਤੇ ਇੱਕ ਸੱਜਣੇ ਪੁੱਛਦੇ ਨੇ ਕਿ ਮੇਰਾ ਅਸਾਈਲਮ ਕੇਸ ਪਾਸ ਹੋ ਗਿਆ ਸੀ ਫਰਵਰੀ 2019 'ਚ, ਅਤੇ ਗ੍ਰੀਨ ਕਾਰਡ ਅਪਲਾਈ ਕੀਤਾ ਅਤੇ ਨਹੀਂ ਆਇਆ। ਦੇਖੋ ਇਹ ਤੁਹਾਨੂੰ ਇਨਕੁਆਇਰੀ ਕਰਨੀ ਚਾਹੀਦੀ ਹੈ। ਵੈਸੇ ਟਾਈਮ ਤਾਂ ਲੱਗ ਰਿਹਾ, ਅੱਜ ਕੱਲ੍ਹ ਤਕਰੀਬਨ 2 ਸਾਲ ਤੋਂ ਉੱਪਰ ਲੱਗ ਰਹੇ ਆ, ਪਰ ਫਿਰ ਵੀ ਜੇ ਤੁਹਾਡਾ ਕੋਈ ਲਾਇਰ ਹੈਗਾ ਤਾਂ ਉਹ ਇਨਕੁਆਇਰੀ ਕਰੇ, ਜਾਂ ਤੁਸੀਂ ਆਪ ਕਰੋ, ਪੁੱਛੋ। ਕਈ ਵਾਰ ਇਹ ਹੁੰਦਾ ਵੀ ਉਹਨਾਂ ਨੇ ਕੋਈ ਚੀਜ਼ ਮੰਗੀ ਹੋਵੇ, ਕੋਈ ਐਵੀਡੈਂਸ ਮੰਗੀ ਜਿਹੜੀ ਆਪਾਂ ਨਹੀਂ ਭੇਜੀ, ਜਾਂ ਵੈਸੇ ਡਿਲੇ ਆ। ਸੋ ਇਨਕੁਆਇਰੀ ਕਰਨੀ ਬਣਦੀ ਆ, ਉਹ ਤੁਹਾਨੂੰ ਕਰਨੀ ਚਾਹੀਦੀ ਆ। ਅਤੇ ਇੱਕ CSPA ਐਕਟ ਬਾਰੇ ਪੁੱਛ ਰਹੇ ਨੇ ਕਿ ਇਹਦੀ ਜਿਹੜੀ ਕੈਲਕੂਲੇਸ਼ਨ ਹੈਗੀ ਆ ਉਹ ਕਿਸ ਤਰ੍ਹਾਂ ਹੁੰਦੀ ਆ। ਇਹ ਮੈਂ ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਸੀ ਕਿ ਜਿਹੜੀ CSPA ਹੈਗਾ, ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ, ਇਹਦੇ 'ਚ ਬੇਸਿਕਲੀ ਇਹ ਹੈਗਾ ਕਿ ਇਹ ਜਿਹੜਾ ਐਕਟ ਹੈ ਇਹ ਜਦੋਂ ਵੀ ਬਣਿਆ ਸੀਗਾ ਉਹਦੇ 'ਚ ਇਹ ਸੀ ਕਿ ਜਿਹੜੇ ਬੱਚੇ 21 ਸਾਲ ਤੋਂ ਉੱਪਰ ਹੈਗੇ ਆ ਉਹ ਏਜ ਆਊਟ ਨਾ ਹੋਣ, ਅਤੇ ਉਹਨਾਂ ਨੂੰ ਇਸ ਗੱਲ ਦਾ ਨੁਕਸਾਨ ਨਾ ਹੋਵੇ ਵੀ ਚੱਲਦੀ ਪਟੀਸ਼ਨ 'ਚ 21 ਤੋਂ ਉੱਪਰ ਹੋ ਗਏ। ਇਹਦੇ 2 ਇਹਦੀਆਂ ਜਿਹੜੀਆਂ ਹੈਗੀਆਂ ਅੱਡ ਉਹ ਹੈਗੀਆਂ ਪ੍ਰੋਵੀਜ਼ਨਸ। ਸੋ ਜੇ US ਸਿਟੀਜ਼ਨ ਅਪਲਾਈ ਕਰਦਾ ਆਪਣੇ ਮਤਲਬ ਬੱਚੇ ਦਾ, ਅਤੇ ਬੱਚੇ ਦੀ ਉਮਰ 21 ਸਾਲ ਤੋਂ ਘੱਟ ਆ, ਜਿਵੇਂ 20 ਆ ਜਾਂ 19 ਆ, ਤਾਂ ਚੱਲਦੇ ਕੇਸ 'ਚ 21 ਤੋਂ ਉੱਪਰ ਹੋ ਗਈ, ਉਹ ਤਾਂ ਉਸੇ ਵਕਤ ਫਰੀਜ਼ ਹੋ ਜਾਂਦੀ ਆ, 21 ਤੋਂ ਘੱਟ ਹੀ ਗਿਣਿਆ ਜਾਊਗਾ, ਭਾਵੇਂ 24 ਸਾਲ ਦਾ ਹੋ ਜਾਵੇ ਜੇ ਅਨਮੈਰਿਡ ਆ। ਪਰ ਜੇ US ਸਿਟੀਜ਼ਨ ਆਪਣੇ ਬੱਚੇ ਦਾ ਨਹੀਂ ਕਰਦਾ, ਆਪਣੇ ਭੈਣਾਂ ਭਰਾਵਾਂ ਦਾ ਕਰਦਾ, ਜਾਂ ਮਾਂ-ਬਾਪ ਜਿਹੜੇ ਨੇ ਉਹ ਆਪਣੇ ਮੈਰਿਡ ਬੱਚਿਆਂ ਦਾ ਕਰਦੇ, ਉਹਨਾਂ ਦੇ ਗਾਂਹ ਬੱਚੇ ਆ, ਉਹ 21 ਤੋਂ ਉੱਪਰ ਹੋ ਜਾਂਦੇ ਆ, ਤਾਂ ਉਹ ਸਿਚੁਏਸ਼ਨ ਦੇ ਵਿੱਚ ਇੱਕ ਇਹਦੀ ਕੈਲਕੂਲੇਸ਼ਨ ਕੀਤੀ ਜਾਂਦੀ ਆ। ਉਹ ਇਹ ਹੈਗੀ ਆ ਕਿ ਜਦੋਂ ਅਪਲਾਈ ਕੀਤੀ ਆ ਪਟੀਸ਼ਨ, ਉਹ ਡੇਟ ਦੇਖਣੀ ਆ, ਜਦੋਂ ਅਪਰੂਵ ਹੋਈ ਆ ਉਹ ਦੇਖਣੀ ਆ। ਕਈ ਵਾਰੀ ਆਪਾਂ ਅਪਲਾਈ ਕਰਦੇ ਹਾਂ ਸਾਲ, 1.5 ਸਾਲ, 2 ਸਾਲ ਬਾਅਦ ਜਾ ਕੇ ਅਪਰੂਵ ਹੁੰਦੀ ਆ, ਉਹ ਟਾਈਮ ਕਿੰਨਾ। ਅਤੇ ਉਸ ਤੋਂ ਬਾਅਦ ਜਿਹੜੀ ਡੇਟ ਕਰੰਟ ਹੈ ਪ੍ਰਾਇਓਰਟੀ, ਜਿਵੇਂ ਹੁਣ 2005 ਚੱਲਦਾ, ਉਹ ਦੇਖਣੀ ਆ। ਅਤੇ ਇਸ ਟਾਈਮ ਦੇਖਣਾ ਕਿ ਪ੍ਰਾਇਓਰਟੀ ਡੇਟ 'ਤੇ ਬੱਚੇ ਦੀ ਉਮਰ ਕਿੰਨੀ ਆ, ਅਤੇ ਜੇ ਉਹ ਉਮਰ ਵੱਧਦਾ 21 ਤੋਂ, ਤਾਂ ਜਦੋਂ ਅਪਲਾਈ ਕੀਤਾ ਅਤੇ ਅਪਰੂਵ ਹੋਇਆ, ਉਹ ਜਿਹੜਾ ਟਾਈਮ ਹੈ ਉਹ ਜਿਹੜੀ ਡੇਟ ਕਰੰਟ ਆ ਤਾਂ ਉਹਦੀ ਉਮਰ ਆ ਉਹਦੇ ਵਿੱਚੋਂ ਕੱਢਿਆ ਜਾਂਦਾ, ਅਤੇ ਜੇ ਉਹ ਟਾਈਮ ਕੱਢ ਕੇ 21 ਤੋਂ ਘੱਟ ਹੋ ਜਾਂਦਾ ਤਾਂ ਫਿਰ ਉਹ ਆ ਸਕਦਾ। ਸੋ ਇਸ ਤਰ੍ਹਾਂ ਇਹ ਜਿਹੜਾ ਹੈਗਾ ਇਹ ਕੀਤਾ ਜਾ ਸਕਦਾ, ਅਤੇ ਇਹਨੂੰ ਇਸ ਬੇਸ 'ਤੇ ਇਹ ਅਸੀਂ ਜਿਹੜੀ ਹੁੰਦੀ ਕੈਲਕੂਲੇਸ਼ਨ ਹੁੰਦੀ ਆ, ਅਤੇ ਉਹਦੀ ਬੇਸ 'ਤੇ ਅਸੀਂ ਕਰਦੇ ਹਾਂ। ਅਤੇ ਇੱਕ ਹੋਰ ਸਵਾਲ ਸੀ ਕਿ ਜੀ ਉਹਨਾਂ ਨੇ ਕਿਹਾ ਕਿ 2019 ਦੇ ਵਿੱਚ ਡਿਪੋਰਟ ਹੋਏ ਸੀ, ਕਿੰਨੀ ਬਾਰ ਲੱਗੀ ਹੈ। ਦੇਖੋ ਬਾਰ ਤਾਂ ਜੇ ਤੁਸੀਂ 6 ਮਹੀਨੇ ਤੋਂ ਬਾਅਦ ਜਿਹੜੀ 10 ਸਾਲ ਦੀ ਲੱਗਦੀ ਆ, ਬਾਕੀ ਤਾਂ ਹੁਣ ਤੁਹਾਡੇ ਜਿਹੜੇ ਪੇਪਰ ਨੇ ਉਹ ਸਾਰੇ ਦੇਖ ਕੇ ਪਤਾ ਲੱਗ ਸਕਦਾ ਵੀ ਕਿੰਨੀ ਲੱਗੀ। ਕਈ ਵਾਰ 5 ਦੀ ਵੀ ਹੁੰਦੀ, ਪਰ ਆਮ ਤੌਰ 'ਤੇ ਜਿਹੜੀ 10 ਦੀ ਲਾਉਂਦੇ ਆ। ਅਤੇ ਇੱਕ ਉਹਨਾਂ ਨੇ ਕਿਹਾ ਕਿ ਪ੍ਰੋਸੀਕਿਊਟਰਲ ਜਿਹੜੀ ਡਿਸਕ੍ਰੈਸ਼ਨ ਕੀ ਹੈ, ਇਹ ਵੀ ਸਵਾਲ ਆਇਆ। ਬੇਸਿਕਲੀ ਦੇਖੋ ਇਹ ਇੱਕ ਜਿਹੜੀ ਪ੍ਰੋਵੀਜ਼ਨ ਸੀ ਜਿਹੜੀ ਕਿ ਪ੍ਰੈਜ਼ੀਡੈਂਟ ਓਬਾਮੇ ਵੇਲੇ ਸੀਗੀ, ਟਰੰਪ ਨੇ ਇਹ ਬੰਦ ਕਰਤੀ ਸੀ। ਇਹ ਸੀ ਵੀ ਜਿਹੜੇ ਕੇਸਾਂ ਦੇ ਵਿੱਚ ਉਹ ਲੱਗਦਾ ਸੀ ਵੀ ਲੋ ਪ੍ਰਾਇਓਰਟੀ ਹੈਗੇ ਡਿਪੋਰਟ ਕਰਨ ਲਈ, ਜਿਵੇਂ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ, ਕੋਈ ਨੈਸ਼ਨਲ ਇੰਟਰਸਟ ਦੇ ਖਿਲਾਫ ਨਹੀਂ ਗਏ, ਉਹਨਾਂ ਨੂੰ ਉਹ ਹੋਲਡ 'ਤੇ ਪਾ ਕੇ ਤਾਂ ਵਰਕ ਪਰਮਿਟ ਦੇ ਦਿੰਦੇ ਸੀਗੇ। ਸੋ ਬਹੁਤ ਸਾਰੇ ਕੇਸ ਉਸ ਟਾਈਮ 'ਤੇ ਜਿਹੜੇ ਸਰਕਾਰ ਨੇ ਹੋਲਡ 'ਤੇ ਪਾਏ, ਉਹਨਾਂ ਨੂੰ ਵਰਕ ਪਰਮਿਟ ਦੇਈ ਗਏ, ਅਤੇ ਉਹਦੀ ਬੇਸ 'ਤੇ ਜਦੋਂ ਤੁਹਾਨੂੰ ਜਿਹੜੇ ਹੈਗੇ ਵਰਕ ਪਰਮਿਟ ਮਿਲਦੇ ਸੀ, ਅਤੇ ਉਹ ਫਿਰ ਮਤਲਬ ਬੇਸਿਕਲੀ ਉਹ ਸਾਰਾ ਉਸ ਟਾਈਮ 'ਤੇ ਹੋ ਜਾਂਦਾ ਸੀ, ਅਤੇ ਉਹ ਅੱਜ ਕੱਲ੍ਹ ਨਹੀਂ ਹੈਗਾ। ਪਰ ਅੱਜ ਕੱਲ੍ਹ ਉਹ ਜਿਹੜੀ ਹੈਗੀ ਪ੍ਰੋਵੀਜ਼ਨ ਹੈ ਨਹੀਂ।
ਤੇ ਇੱਕ ਹੋਰ ਹੈ ਕਿ ਉਹਨੇ ਪੁੱਛਿਆ ਕਿ ਕੈਂਪ 'ਚੋਂ ਜਿਹੜੇ ਬੰਦੇ ਬਾਹਰ ਆ ਰਹੇ ਨੇ ਤੇ ਇਹਦੀ ਕੀ ਸਿਚੁਏਸ਼ਨ ਹੈਗੀ ਆ। ਦੇਖੋ ਉਹ ਮੈਂ ਦੱਸ ਕੇ ਹਟਿਆ ਵੀ ਕੈਂਪ ਤੋਂ ਜਿਹੜੇ ਫੈਮਲੀਜ਼ ਆਉਂਦੀਆਂ ਨੇ ਉਹਨਾਂ ਨੂੰ ਹੁਣ ਅੱਡ ਨਹੀਂ ਕੀਤਾ ਜਾਂਦਾ ਬੱਚਿਆਂ ਨਾਲੋਂ, ਤੇ ਉਹਨਾਂ ਨੂੰ ਮਤਲਬ ਇਕੱਠਾ ਰੱਖ ਕੇ ਜੇ ਬਾਹਰ ਕੋਈ ਗਰੰਟਰ ਹੈਗਾ ਜਾਂ ਵੀ ਕੋਈ ਸਪਾਂਸਰ ਆ ਉਹਦੇ ਕੋਲ ਭੇਜ ਦਿੱਤਾ ਜਾਂਦਾ। ਪਰ ਜਿਹੜੇ 18 ਸਾਲ ਤੋਂ ਉੱਪਰ ਉਮਰ ਦੇ ਆਉਂਦੇ ਆ ਉਹਨਾਂ ਨੂੰ ਅਜੇ ਵੀ ਉਹਨਾਂ ਦੀ ਕ੍ਰੈਡੀਬਲ ਫੇਲ ਹੁੰਦੀ, ਉਹ 'ਚ ਫੇਲ ਵੀ ਹੋ ਸਕਦੇ ਆ, ਪਾਸ ਵੀ ਹੋ ਸਕਦੇ ਆ। ਜੱਜ ਦੀ ਮਰਜ਼ੀ ਆ, ਬਾਉਂਡ ਕਰੇ ਨਾ ਕਰੇ, ਉਹਨਾਂ 'ਚ ਕਾਫੀ ਸਖਤੀ ਆ। ਤੇ ਇੱਕ ਟੂਰਿਸਟ ਵੀਜ਼ੇ ਬਾਰੇ ਵੀ ਸਵਾਲ ਹੈ, ਉਹਨਾਂ ਨੇ ਕਿਹਾ ਕਿ ਟੂਰਿਸਟ ਵੀਜ਼ਾ ਵਾਲਾ ਅੱਜ ਕੱਲ੍ਹ ਆ ਸਕਦਾ। ਹਾਂ, ਜੇ ਵੀਜ਼ਾ ਲੱਗਿਆ ਹੋਇਆ ਤਾਂ ਤੁਸੀਂ ਜ਼ਰੂਰ ਆ ਸਕਦੇ ਹੋ, ਕਿਉਂਕਿ ਜੇ ਵੀਜ਼ਾ ਆਲਰੇਡੀ ਲੱਗਿਆ ਹੋਇਆ ਯੂ ਕੈਨ ਕਮ, ਉਹ 'ਚ ਕੋਈ ਏਡੀ ਵੱਡੀ ਗੱਲ ਨਹੀਂ। ਕਿਉਂਕਿ ਜੇ ਹੁਣ ਤਾਂ ਇਹ ਏਅਰਲਾਈਨਾਂ ਵਗੈਰਾ ਜਿਹੜੀਆਂ ਹੈਗੀਆਂ ਸਾਰੀਆਂ ਆ ਰਹੀਆਂ ਨੇ ਖੁੱਲ੍ਹਿਆ, ਤੇ ਜੇ ਵੀਜ਼ਾ ਹੈਗਾ ਤੁਸੀਂ ਆ ਸਕਦੇ ਹੋ। ਪਰ ਉਹ 'ਚ ਮੇਨ ਤਾਂ ਇਹ ਹੁੰਦਾ ਵੀ ਘੁੰਮਣ ਫਿਰਨ ਲਈ ਆਉਣਾ, ਜਿੰਨੀ ਉਹ ਐਂਟਰੀ ਦੇਣਗੇ ਉਹਦੇ ਵਿੱਚ ਵਾਪਸ ਜਾਣਾ ਚਾਹੀਦਾ। ਤੇ ਇਹ ਸੀਗੇ ਤੁਹਾਡੇ ਕੋਈ ਸਵਾਲ, ਤੇ ਇਹਨਾਂ ਦੇ ਨਾਲ ਹੀ ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਆਗਿਆ ਲੈਣ ਦਾ। ਤੇ ਮੇਰਾ ਨੰਬਰ ਹੈਗਾ 9179154142, ਤੇ ਉਹ ਚੱਲ ਵੀ ਰਿਹਾ ਥੱਲੇ ਮੇਰੇ ਸਾਰੇ ਆਫਿਸ ਦੇ ਨੰਬਰ, ਤੇ ਨਾਲ ਈਮੇਲ ਹੈਗੀ ਹੈ jpsinghattorney@gmail, ਤੇ ਨਿਊਯਾਰਕ ਆਫਿਸ ਦਾ ਨੰਬਰ ਹੈ 7185338444, ਕੈਲੀਫੋਰਨੀਆ ਦਾ ਨੰਬਰ ਹੈ 5106576444। ਤੁਸੀਂ ਜੇ ਕੋਈ ਵੀ ਸਵਾਲ ਆ ਕਾਲ ਕਰ ਦਿਓ, ਜਾਂ ਤੁਸੀਂ ਮਤਲਬ ਬੈਸਟ ਤਾਂ ਇਹੀ ਹੈ ਵੀ ਇਸ ਵੀਡੀਓ ਦੇ ਥੱਲੇ ਆਪਣਾ ਕੁਐਸਚਨ ਪਾ ਦਿਓ। ਮੈਂ ਜਦੋਂ ਅਗਲੀ ਵੀਡੀਓ ਪਾਊਂਗਾ ਤੁਹਾਡੇ ਜਵਾਬ ਜ਼ਰੂਰ ਦਊਂਗਾ। ਤੇ ਬਾਕੀ ਇਹਨਾਂ ਸ਼ਬਦਾਂ ਦੇ ਨਾਲ ਹੀ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।